खबर पड़ताल देख रहे हो तुसी। मैं हाँ तुहाडे नाल सुखबीर रावी ते इस प्रोग्राम 'ਚ ਅਸੀਂ ਕਰਦੇ ਹਾਂ ਪੰਜਾਬ ਸਮੇਤ ਦੇਸ਼ ਦੀਆਂ ਸਾਰੀਆਂ ਵੱਡੀਆਂ ਖਬਰਾਂ ਦਾ ਪੋਲੀਟੀਕਲ ਐਨਾਲਿਸਿਸ ਤੇ ਮੇਰੇ ਨਾਲ ਨੇ ਵਰਿਸ਼ਟ ਪੱਤਰਕਾਰ ਸੁਰਿੰਦਰ ਡੱਲਾ ਜੀ। ਡੱਲਾ ਜੀ, ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ। ਸੁਖਬੀਰ ਜੀ, ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਬਹੁਤ ਬਹੁਤ ਧੰਨਵਾਦ। ਹਾਂਜੀ, ਤੇ ਕੱਲ ਦਾ ਦਿਨ ਜੇ ਕਿਹਾ ਜਾਏ ਕਿ ਪੰਜਾਬ 'ਚ ਮੀਟਿੰਗਾਂ ਦਾ ਦਿਨ ਰਿਹਾ ਤਾਂ ਇਹ ਕਹਿਣਾ ਗਲਤ ਨਹੀਂ ਹੋਏਗਾ, ਕਿਉਂਕਿ ਕੱਲ ਪ੍ਰਤਾਪ ਸਿੰਘ ਬਾਜਵਾ ਨੇ ਚਰਨਜੀਤ ਸਿੰਘ ਚੰਨੀ ਦੇ ਨਾਲ ਮੀਟਿੰਗ ਕੀਤੀ ਹੈ, ਬਹੁਤ ਚਰਚੇ ਰਹੇ ਨੇ, ਔਰ ਨਾਲ ਹੀ ਪ੍ਰਗਟ ਸਿੰਘ ਦੀ ਨਵਜੋਤ ਸਿੰਘ ਸਿੱਧੂ ਦੇ ਨਾਲ ਵੀ ਗੁਫ਼ਤਗੂ ਮੀਟਿੰਗ ਦੀਆਂ ਵੀ ਖਬਰਾਂ ਸਾਹਮਣੇ ਆਈਆਂ ਨੇ। ਤੇ ਉਧਰ ਹੀ ਡੱਲਾ ਜੀ, ਹਰੀਸ਼ ਰਾਵਤ ਨੇ ਕੱਲੇ ਮੰਤਰੀ ਨੂੰ ਟੈਲੀਫੋਨ ਕੀਤਾ ਹੈ। ਕਿਉਂ ਕੀਤਾ ਹੈ, ਕੀ ਕਿਹਾ ਗਿਆ, ਕੀ ਰਿਹਾ ਕੱਲ ਦੀ ਸਾਰੀ ਮੀਟਿੰਗ ਪੋਲਿਟਿਕਸ ਦੇ ਵਿੱਚ? ਦੇਖੋ, ਕੱਲ ਦਾ ਜਿਹੜਾ ਦਿਨ ਸੀ ਇਹ ਪੰਜਾਬ ਦੀ ਪੋਲਿਟਿਕਸ ਦੇ ਲਈ ਬੜਾ ਅਹਿਮੀਅਤ ਵਾਲਾ ਦਿਨ ਸੀ, ਔਰ ਅੱਜ ਸਾਨੂੰ ਨਤੀਜੇ ਵੀ ਕਿਤੇ ਨਾ ਕਿਤੇ ਮਿਲਣੇ ਸ਼ੁਰੂ ਹੋ ਜਾਣਗੇ ਕੱਲ ਦੀਆਂ ਮੀਟਿੰਗਾਂ ਦੇ। ਔਰ ਕਾਂਗਰਸ 'ਚ ਜੋ ਕੁਝ ਵਾਪਰ ਰਿਹਾ ਹੈ, ਪ੍ਰਗਟ ਕਾਂਡ ਹੋਵੇ, ਸਿੱਧੂ ਕਾਂਡ ਹੋਵੇ, ਚੰਨੀ ਕਾਂਡ ਹੋਵੇ, ਜਾਂ ਕਾਂਗਰਸ ਦੇ ਵਿੱਚ ਜੋ ਕੁਝ ਵਾਪਰ ਰਿਹਾ ਉਹ ਇੱਕ ਤਰ੍ਹਾਂ ਦਾ ਕਾਂਡ ਹੈ। ਉਹ ਕਾਂਡ ਇਸ ਰੂਪ 'ਚ ਹੈ ਕਿ ਕਾਂਗਰਸ ਦੇ ਲੀਡਰਾਂ ਨੂੰ ਸਮਝ ਨਹੀਂ ਆ ਰਿਹਾ ਕਿ ਇਸ ਵਕਤ ਕਾਂਗਰਸ 'ਚ ਕੀ ਵਾਪਰ ਰਿਹਾ, ਔਰ ਹਾਈ ਕਮਾਂਡ ਨੂੰ ਸਮਝ ਨਹੀਂ ਆ ਰਿਹਾ ਕਿ ਅਸੀਂ ਸਥਿਤੀਆਂ ਦੇ ਨਾਲ ਕਿਵੇਂ ਨਿਬੜੀਏ। ਹੁਣ ਮੈਂ ਇੱਕ ਇੱਕ ਕਰਕੇ ਸ਼ੁਰੂ ਕਰੂੰਗਾ। ਕੱਲ ਕਈ ਅਹਿਮ ਮੀਟਿੰਗਾਂ ਹੋਈਆਂ। ਚਰਨਜੀਤ ਚੰਨੀ ਦੇ ਮਾਮਲੇ ਤੇ ਸਾਨੂੰ ਪਤਾ ਹੈ ਬੀਬੀ ਮਨੀਸ਼ਾ ਗੁਲਾਟੀ ਨੇ ਉਹਨਾਂ ਨੇ ਇੱਕ ਵੱਡੀ ਪ੍ਰੈਸ ਕਾਨਫਰੰਸ ਕੀਤੀ, ਜਿਸ ਤੋਂ ਬਾਅਦ ਸਿਆਸੀ ਤੌਰ ਤੇ ਚਰਨਜੀਤ ਚੰਨੀ ਨਾਲ ਜੁੜਿਆ ਇੱਕ ਪੁਰਾਣਾ ਮਾਮਲਾ ਉੱਭਰ ਗਿਆ। ਉਸ ਮਾਮਲੇ 'ਚ ਕਿੰਨੀ ਸੱਚਾਈ ਹੈ, ਉਸ ਮਾਮਲੇ ਦੇ ਵਿੱਚ ਚਰਨਜੀਤ ਚੰਨੀ ਦੀ ਕੀ ਭੂਮਿਕਾ ਹੈ, ਇਹ ਅੱਜ ਤੱਕ ਨਾ ਸਰਕਾਰ ਵੱਲੋਂ ਦੱਸੀ ਗਈ ਹੈ, ਨਾ ਇਸ ਮਾਮਲੇ ਨੂੰ ਅੱਜ ਤੱਕ ਜਨਤਕ ਕੀਤਾ ਗਿਆ ਹੈ ਕਿ ਸੱਚਮੁੱਚ ਕੋਈ ਮਾਮਲਾ ਸੀ ਜਾਂ ਕੋਈ ਮਾਮਲਾ ਨਹੀਂ ਸੀ। ਇਹ ਵੀ ਜਦ ਤੱਕ ਅਫੀਸ਼ੀਅਲ ਤੌਰ ਤੇ, ਜਦ ਤੱਕ ਅਧਿਕਾਰਿਕ ਤੌਰ ਤੇ ਸਰਕਾਰ ਵੱਲੋਂ ਨਹੀਂ ਦੱਸਿਆ ਜਾਂਦਾ, ਕਿਸੇ ਨੂੰ ਪਤਾ ਨਹੀਂ ਲੱਗਣਾ। ਪਰ ਕੱਲ ਚੰਨੀ ਦਾ ਘਰ ਵੀ ਇੱਕ ਕੇਂਦਰ ਬਣਿਆ ਰਿਹਾ ਸੱਤਾ ਦਾ, ਅਗਲੀ ਰਣਨੀਤੀ ਦਾ। ਚਰਨਜੀਤ ਚੰਨੀ ਦੇ ਘਰ ਉਹਨਾਂ ਦੇ ਹਮਾਇਤੀ ਕਈ ਵਿਧਾਇਕ ਵੀ ਪਹੁੰਚੇ। ਇਹ ਵੀ ਕਿਹਾ ਜਾ ਰਿਹਾ ਕਿ ਇੱਕ ਦੋ ਮੰਤਰੀ ਵੀ ਚਰਨਜੀਤ ਚੰਨੀ ਦੇ ਨਾਲ ਮੁਲਾਕਾਤ ਕਰਕੇ ਗਏ, ਕਿਉਂਕਿ ਚਰਨਜੀਤ ਚੰਨੀ ਆਪ ਮੰਤਰੀ ਨੇ, ਔਰ ਉਹ ਪੰਜਾਬ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਸੁਨੀਲ ਜਾਖੜ ਤੋਂ ਬਾਅਦ ਉਹਨਾਂ ਨੇ ਭੂਮਿਕਾ ਅਦਾ ਕੀਤੀ ਹੈ ਵਿਧਾਨ ਸਭਾ ਦੇ ਵਿੱਚ ਲੀਡਰ ਦੇ ਤੌਰ ਦੇ ਉੱਤੇ, ਜਦੋਂ ਰਾਹੁਲ ਗਾਂਧੀ ਨੇ ਦਲਿਤ ਚਿਹਰਾ ਅੱਗੇ ਲੈ ਕੇ ਆਉਣਾ ਸੀ। ਸੋ ਹੁਣ ਚਰਨਜੀਤ ਚੰਨੀ, ਕਈ ਮੰਤਰੀਆਂ ਦੇ ਨਾਲ ਚਰਨਜੀਤ ਚੰਨੀ ਦੀ ਚੰਗੀ ਨੇੜਤਾ ਹੈ। ਸੋ ਚਰਨਜੀਤ ਚੰਨੀ ਦੇ ਘਰ ਵੀ ਇੱਕ ਦੋ ਮੰਤਰੀ ਨੇ ਜਿਹੜੇ ਉਹਨਾਂ ਨਾਲ ਮੁਲਾਕਾਤ ਕਰਨ ਗਏ। ਹਾਲਾਂਕਿ ਟੈਲੀਫੋਨ ਦੇ ਉੱਤੇ ਚਰਨਜੀਤ ਚੰਨੀ ਦੇ ਨਾਲ ਰਾਬਤਾ ਲਗਾਤਾਰ ਜਾਰੀ ਸੀ। ਹੁਣ ਗੱਲਾਂ ਕੀ ਹੋਈਆਂ? ਗੱਲਾਂ ਇਹ ਹੋਈਆਂ ਕਿ ਚਰਨਜੀਤ ਚੰਨੀ ਬਾਰੇ ਜਿਹੜੇ ਦੂਸਰੇ ਹੋਰ ਲੀਡਰ ਨੇ ਜਾਂ ਉਹਨਾਂ ਦੇ ਸਮਰਥਕ ਨੇ, ਉਹ ਇਹ ਕਹਿ ਰਹੇ ਨੇ ਕਿ ਕੈਪਟਨ ਅਮਰਿੰਦਰ ਸਿੰਘ ਨੇ ਭੂਮਿਕਾ ਅਦਾ ਕੀਤੀ ਹੈ ਪੁਰਾਣੇ ਮਾਮਲੇ ਨੂੰ ਬਾਹਰ ਲਿਆਉਣ ਦੇ ਲਈ, ਕਿਉਂਕਿ ਇਹ ਇਲਜ਼ਾਮ ਹਮੇਸ਼ਾ ਲੱਗਦੇ ਹੁੰਦੇ ਨੇ, ਕਿਉਂਕਿ ਮੁੱਖ ਮੰਤਰੀ ਹੋਣ ਦੇ ਨਾਤੇ ਹਰ ਮਹਿਕਮੇ ਦਾ ਕੰਟਰੋਲ ਕੈਪਟਨ ਅਮਰਿੰਦਰ ਕੋਲੇ ਹੈ। ਪ੍ਰਗਟ ਸਿੰਘ ਦੇ ਮਾਮਲੇ ਦੇ ਵਿੱਚ ਵੀ ਇਹੀ ਗੱਲਾਂ ਆਈਆਂ ਕਿ ਜਿਹੜੇ ਇਲਜ਼ਾਮ ਪ੍ਰਗਟ ਸਿੰਘ ਨੇ ਆਏ ਕਿ ਉਹਦੇ 'ਚ ਭੂਮਿਕਾ ਕੈਪਟਨ ਅਮਰਿੰਦਰ ਨੇ ਅਦਾ ਕੀਤੀ ਹੈ। ਨਵਜੋਤ ਸਿੰਘ ਸਿੱਧੂ ਦੇ ਮਾਮਲੇ 'ਚ ਵੀ ਗੱਲਾਂ ਆ ਰਹੀਆਂ ਨੇ ਕਿ ਨਵਜੋਤ ਸਿੰਘ ਸਿੱਧੂ ਦੇ ਮਾਮਲੇ ਵਿੱਚ ਜਿਹੜੀ ਵਿਜੀਲੈਂਸ ਦੀਆਂ ਕਾਰਵਾਈ ਦੀਆਂ ਗੱਲਾਂ ਹੋ ਰਹੀਆਂ ਸੀ, ਉਹ ਵੀ ਕੈਪਟਨ ਅਮਰਿੰਦਰ ਦੇ ਜ਼ਿੰਮੇ ਲੱਗ ਰਹੀਆਂ ਸੀ, ਕਿਉਂਕਿ ਉਹ ਮੁੱਖ ਮੰਤਰੀ ਹੈ। ਹਰ ਪ੍ਰਾਪਤੀ, ਹਰ ਘਾਟਾ ਕਿਤੇ ਨਾ ਕਿਤੇ ਸਰਕਾਰ ਦੇ ਮੁਖੀ ਵੱਲ ਇਸ਼ਾਰਾ ਕਰਦਾ ਹੈ। ਹਮੇਸ਼ਾ ਲੋਕ ਇਹ ਸੋਚਦੇ ਨੇ ਵੀ ਅਗਰ ਕੁਝ ਵੀ ਹੋ ਰਿਹਾ ਤੇ ਉਹ ਮੁੱਖ ਮੰਤਰੀ ਕਰਾ ਰਿਹਾ। ਹੁਣ ਸਥਿਤੀਆਂ ਇਹ ਨੇ ਕਿ ਚਰਨਜੀਤ ਚੰਨੀ ਨੂੰ ਉਹਨਾਂ ਦੇ ਕਈ ਸਾਥੀ ਵਿਧਾਇਕਾਂ, ਮੰਤਰੀਆਂ ਨੇ ਸਮਰਥਨ ਦਿੱਤਾ ਹੈ, ਔਰ ਉਹ ਸਾਰੇ ਇਸ ਰੂਪ 'ਚ ਦੇਖ ਰਹੇ ਨੇ ਵੀ ਕਿਉਂਕਿ ਚਰਨਜੀਤ ਚੰਨੀ ਉਹਨਾਂ ਨੇ ਮੀਟਿੰਗਾਂ ਕੀਤੀਆਂ ਸੀ। ਹਾਲਾਂਕਿ ਜਿਹੜੀਆਂ ਉਹਨਾਂ ਦੀਆਂ ਮੀਟਿੰਗਾਂ ਸੀ ਉਹ ਦਲਿਤ ਭਾਈਚਾਰੇ ਦੀਆਂ ਦਿੱਕਤਾਂ ਨੂੰ ਲੈ ਕੇ ਸੀ, ਪਰ ਦੇਖਿਆ ਇਹ ਜਾ ਰਿਹਾ ਹੈ ਕਿ ਕੈਪਟਨ ਅਮਰਿੰਦਰ ਕਿਤੇ ਨਾ ਕਿਤੇ ਚੂੜੀ ਕੱਸਣਾ ਚਾਹੁੰਦੇ ਸੀ ਆਪਣੇ ਵਿਰੋਧੀਆਂ ਦੀ। ਉਹਨਾਂ ਦੇ ਵਿੱਚ ਭਾਵੇਂ ਚਰਨਜੀਤ ਚੰਨੀ ਹੈ, ਭਾਵੇਂ ਨਵਜੋਤ ਸਿੱਧੂ ਹੈ, ਭਾਵੇਂ ਪ੍ਰਗਟ ਸਿੰਘ ਹੈ, ਭਾਵੇਂ ਸੁਖਜਿੰਦਰ ਰੰਧਾਵਾ ਹੈ, ਕਿਤੇ ਨਾ ਕਿਤੇ ਕੈਪਟਨ ਅਮਰਿੰਦਰ ਸਾਰਿਆਂ ਦੀ ਸਿਆਸੀ ਚੂੜੀ ਕੱਸਣਾ ਚਾਹੁੰਦੇ ਸੀ। ਇਸ ਕਰਕੇ ਮਾਮਲਾ ਸਾਹਮਣੇ ਆਇਆ। ਪਰ ਹੁਣ ਕਿਉਂਕਿ ਇਹ ਮਾਮਲਾ ਤਾਂ ਨਿਕਲ ਗਿਆ, ਹੁਣ ਚਰਨਜੀਤ ਚੰਨੀ ਦੇ ਘਰ ਅਗਲੀ ਰਣਨੀਤੀ ਤੇ ਵਿਚਾਰ ਕੀਤਾ ਗਿਆ ਕਿ ਚਰਨਜੀਤ ਚੰਨੀ ਕੀ ਕਰਨ। ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਆਪਣਾ ਪੱਖ ਰੱਖਣਾ ਸੀ, ਪਰ ਹਰੀਸ਼ ਰਾਵਤ ਨੇ ਉਹਨਾਂ ਨੂੰ ਰੋਕਿਆ। ਇਹ ਵੀ ਔਨ ਰਿਕਾਰਡ ਆ ਗਈ ਗੱਲ ਕਿ ਹਰੀਸ਼ ਰਾਵਤ ਉਹਨਾਂ ਨੇ ਉਹਨਾਂ ਨੂੰ ਫੋਨ ਕਰਕੇ ਕਿਹਾ ਕਿ ਹਾਈ ਕਮਾਂਡ ਚਿੰਤਿਤ ਹੈ ਔਰ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਇੰਤਜ਼ਾਰ ਕਰੋ, ਔਰ ਹਾਈ ਕਮਾਂਡ ਖੁਦ ਇਸ ਮਾਮਲੇ ਦੇ ਵਿੱਚ ਦਖਲ ਦੇਵੇਗੀ। ਸੋ ਇਸ ਤੋਂ ਬਾਅਦ ਚਰਨਜੀਤ ਚੰਨੀ ਨੇ ਆਪਣਾ ਉਹ ਸਪਸ਼ਟੀਕਰਨ ਤਾਂ ਨਹੀਂ ਦਿੱਤਾ, ਆਪਣਾ ਪੱਖ ਨਹੀਂ ਰੱਖਿਆ, ਪਰ ਜਿਹੜਾ ਚਰਨਜੀਤ ਚੰਨੀ ਦੇ ਬਾਰੇ 'ਚ ਜਿਹੜੀ ਚਿੱਠੀ ਲਿਖੀ ਗਈ ਹੈ ਵੂਮਨ ਕਮਿਸ਼ਨ ਵੱਲੋਂ ਪੰਜਾਬ ਦੇ ਮੁੱਖ ਸਕੱਤਰ ਨੂੰ, ਉਹ ਉਸੇ ਤਰ੍ਹਾਂ ਐਗਜ਼ਿਸਟ ਕਰਦੀ ਹੈ। ਉਹ ਚਿੱਠੀ ਹੁਣ ਇਹ ਮਾਮਲਾ ਜਿਹੜਾ ਚਰਨਜੀਤ ਚੰਨੀ ਦਾ, ਉਸ ਚਿੱਠੀ ਦੇ ਜਵਾਬ ਦੇ ਨਾਲ ਹੀ ਖਤਮ ਹੋਏਗਾ। ਅਗਰ ਤਾਂ ਉਸ ਚਿੱਠੀ 'ਚ ਜਵਾਬ ਆਉਂਦਾ ਹੈ ਕਿ ਉਹ ਮਾਮਲਾ ਆਪਸੀ ਸਹਿਮਤੀ ਨਾਲ ਨਿਬੜ ਗਿਆ ਸੀ, ਕਿ ਉਹ ਮਾਮਲਾ ਸ਼ਿਕਾਇਤ ਨਹੀਂ ਸੀ ਆਈ, ਜਾਂ ਉਸ ਮਾਮਲੇ ਦੇ ਵਿੱਚ ਕੁਝ ਹੈ ਹੀ ਨਹੀਂ, ਜਾਂ ਉਸ ਮਾਮਲੇ ਦੇ ਵਿੱਚ ਸ਼ਿਕਾਇਤਕਰਤਾ ਦੀ ਦਰਖਾਸਤ ਪੈਂਡਿੰਗ ਹੈ,
ਕੋਈ ਦਰਖਾਸਤ ਹੋਈ, ਕੋਈ ਦਰਖਾਸਤ ਨਹੀਂ ਹੋਈ। ਸੋ ਮੁੱਖ ਕਮਿਸ਼ਨਰ ਨੇ ਜਿਹੜੇ ਮੁੱਖ ਸਕੱਤਰ ਨੇ ਜਿਹੜੇ ਪੰਜਾਬ ਦੇ, ਉਹ ਲਿਖ ਕੇ ਦੱਸਣਗੇ ਹੁਣ, ਕਿਉਂਕਿ ਵਿਮਨ ਕਮਿਸ਼ਨ ਨੇ ਜਿਹੜੀ ਰਿਪੋਰਟ ਮੰਗੀ ਹੈ ਉਹ ਲਿਖਤੀ ਮੰਗੀ ਹੈ। ਸੋ ਲਿਖਿਤ ਰਿਪੋਰਟ ਜਦੋਂ ਆਊਗੀ ਉਸ ਤੋਂ ਬਾਅਦ ਹੀ ਚਰਨਜੀਤ ਚੰਨੀ ਦੇ ਮਾਮਲੇ ਦੇ ਵਿੱਚ ਸਥਿਤੀ ਸਪਸ਼ਟ ਹੋਏਗੀ, ਔਰ ਉਹਨੂੰ ਘੱਟੋ ਘੱਟ 7 ਦਿਨ ਤਾਂ ਲੱਗਣਗੇ, ਕਿਉਂਕਿ ਉਹਨਾਂ ਨੇ 7 ਦਿਨ ਦਾ ਸਮਾਂ ਲਿਆ। ਸੋ ਮੈਨੂੰ ਲੱਗਦਾ 7 ਦਿਨਾਂ ਬਾਅਦ ਜਿਹੜੀ ਮੁੱਖ ਸਕੱਤਰ ਦੀ ਰਿਪੋਰਟ ਆਏਗੀ, ਉਸ ਤੋਂ ਬਾਅਦ ਚਰਨਜੀਤ ਚੰਨੀ ਦੇ ਮਾਮਲੇ ਦਾ ਜਿਹੜਾ ਨਿਪਟਾਰਾ ਹੋ ਸਕੇਗਾ ਕਿ ਉਹ ਕਿਸ ਰੂਪ 'ਚ ਉਹਨੂੰ ਅਸੀਂ ਦੇਖੀਏ। ਹਾਲ ਦੀ ਘੜੀ ਚਰਨਜੀਤ ਚੰਨੀ ਦੇ ਜਿਹੜੇ ਸਮਰਥਕ ਨੇ ਉਹਨਾਂ ਦੇ ਨਾਲ ਖੜੇ ਨੇ, ਔਰ ਇਸ ਪੂਰੇ ਮਾਮਲੇ ਦੇ ਪਿੱਛੇ ਉਹ ਕੈਪਟਨ ਅਮਰਿੰਦਰ ਦੀ ਸਰਕਾਰ ਦੀ ਭੂਮਿਕਾ ਦੇਖ ਰਹੇ ਨੇ, ਔਰ ਕਿਤੇ ਨਾ ਕਿਤੇ ਚਰਨਜੀਤ ਚੰਨੀ ਔਰ ਕੈਪਟਨ ਅਮਰਿੰਦਰ ਦੇ ਵਿਚਾਲੇ ਜਿਹੜੇ ਮਨਮੁਟਾਅ ਹੈ ਉਹ ਹਾਲ ਦੀ ਘੜੀ ਵੀ ਖਤਮ ਨਹੀਂ ਹੈ। ਹੁਣ ਦੇਖਣ ਵਾਲੀ ਗੱਲ ਇਹ ਰਹੇਗੀ ਕਿ ਮੁੱਖ ਸਕੱਤਰ ਦੀ ਰਿਪੋਰਟ ਕੀ ਆਉਂਦੀ ਹੈ। ਅਗਰ ਤਾਂ ਮੁੱਖ ਸਕੱਤਰ ਆਪਣੇ ਪੱਧਰ ਤੇ ਰਿਪੋਰਟ ਭੇਜਦੇ ਨੇ ਤਾਂ ਗੱਲ ਹੋਰ ਹੋ ਸਕਦੀ ਹੈ। ਅਗਰ ਮੁੱਖ ਸਕੱਤਰ ਸਰਕਾਰ ਦੀ ਸਹਿਮਤੀ ਮੁਤਾਬਕ, ਸਰਕਾਰ ਦੀ ਰਾਏ ਮੁਤਾਬਕ ਰਿਪੋਰਟ ਭੇਜਦੇ ਨੇ, ਫਿਰ ਉਹਦਾ ਸਵਰੂਪ ਬਦਲ ਵੀ ਸਕਦਾ ਹੈ। ਸੋ ਹੁਣ ਇਹ ਜਿਹੜੀ ਰਿਪੋਰਟ ਹੈ, ਮੈਨੂੰ ਲੱਗਦਾ ਮੁੱਖ ਸਕੱਤਰ ਵਿਨੀ ਮਹਾਜਨ ਨੇ, ਕਿਉਂਕਿ ਇਹ ਮਾਮਲਾ ਵਿਮਨ ਕਮਿਸ਼ਨ ਵੱਲੋਂ ਪੁੱਛਿਆ ਗਿਆ, ਮੈਨੂੰ ਲੱਗਦਾ ਹੈ ਉਹ ਆਪਣੇ ਪੱਧਰ ਤੇ ਇਹਦੀ ਰਿਪੋਰਟ ਭੇਜਣਗੇ। ਇਹ ਹੋ ਸਕਦਾ ਕਿ ਉਹ ਇਸ ਰਿਪੋਰਟ ਦੀ ਕਾਪੀ ਮੁੱਖ ਮੰਤਰੀ ਦਫ਼ਤਰ ਨੂੰ ਵੀ ਭੇਜ ਦੇਣ, ਕਿਉਂਕਿ ਉਹਨਾਂ ਦੇ ਮੰਤਰੀ ਮੰਡਲ ਦਾ ਇੱਕ ਸਾਥੀ ਹੈ ਕੈਪਟਨ ਅਮਰਿੰਦਰ ਦੇ, ਜਿਹਦੇ ਬਾਰੇ ਇਹ ਰਿਪੋਰਟ ਮੰਗੀ ਗਈ ਹੈ। ਸੋ ਇਸ ਰਿਪੋਰਟ ਤੋਂ ਬਾਅਦ ਹੀ ਚਰਨਜੀਤ ਚੰਨੀ ਦਾ ਸਿਆਸੀ ਭਵਿੱਖ ਹੁਣ ਪੰਜਾਬ 'ਚ ਤੈਅ ਹੋਣਾ ਹੈ। ਅਗਰ ਤਾਂ ਕਲੀਨ ਚਿੱਟ ਮਿਲਦੀ ਹੈ ਚਰਨਜੀਤ ਚੰਨੀ ਨੂੰ, ਫਿਰ ਸਥਿਤੀਆਂ ਅਲੱਗ ਹੋਣਗੀਆਂ। ਅਗਰ ਚਰਨਜੀਤ ਚੰਨੀ ਨੂੰ ਕਲੀਨ ਚਿੱਟ ਨਹੀਂ ਮਿਲਦੀ, ਫਿਰ ਸਥਿਤੀਆਂ ਵੱਖਰੀਆਂ ਹੋਣਗੀਆਂ। ਹੁਣ ਇਹ ਸਾਰਾ ਕੁਝ ਰਿਪੋਰਟ ਤੇ ਨਿਰਭਰ ਕਰਦਾ। ਸੋ ਕੱਲ ਜਿਹੜੇ ਮੰਤਰੀ ਉਹਨਾਂ ਨੂੰ ਮਿਲੇ, ਐਮਐਲਏ ਮਿਲੇ, ਉਹਨਾਂ ਸਾਰਿਆਂ ਦੇ ਅੱਗੇ ਵੀ, ਉਹਨਾਂ ਸਾਰਿਆਂ ਦੇ ਨਾਲ ਵੀ ਚਰਨਜੀਤ ਚੰਨੀ ਨੇ ਨਿੱਜੀ ਤੌਰ ਤੇ ਇਹ ਸਾਰੇ ਮਾਮਲੇ ਬਾਰੇ ਗੱਲਾਂ ਜ਼ਰੂਰ ਸਾਂਝੀਆਂ ਕੀਤੀਆਂ ਹੋਣਗੀਆਂ ਕਿ ਕੀ ਇਹ ਕੋਈ ਘਟਨਾ ਹੈ ਜਾਂ ਨਹੀਂ ਸੀ, ਜਾਂ ਇਹ ਝੂਠਾ ਪ੍ਰਚਾਰ ਹੀ ਹੋ ਰਿਹਾ ਸੀ ਵੀ ਕੋਈ ਇਹੋ ਜਿਹੀ ਵਾਰਦਾਤ ਹੋਈ ਨਹੀਂ, ਕਦੀ ਕੋਈ ਇਹੋ ਜਿਹਾ ਮਾਮਲਾ ਆਇਆ ਹੀ ਨਹੀਂ। ਇਹ ਸਾਰੀਆਂ ਚੀਜ਼ਾਂ ਦੇ ਉੱਤੇ ਆਉਂਦੇ ਦਿਨਾਂ ਦੇ ਵਿੱਚ ਕਲੈਰਿਟੀ ਹੋਏਗੀ, ਕਿਉਂਕਿ ਹਾਈ ਕਮਾਂਡ ਨੇ ਰੋਕਤਾ। ਅਗਰ ਹਰੀਸ਼ ਰਾਵਤ ਨਾ ਫੋਨ ਕਰਦੇ ਚਰਨਜੀਤ ਚੰਨੀ ਨੂੰ, ਹੋ ਸਕਦਾ ਚਰਨਜੀਤ ਚੰਨੀ ਇਸ ਪੂਰੇ ਮਾਮਲੇ ਤੇ ਆਪਣਾ ਪੱਖ ਰੱਖਦੇ। ਔਰ ਦੂਸਰਾ, ਜਿਹੜੇ ਸਵਾਲ ਦੇ ਨਾਲ ਤੁਸੀਂ ਸਵਾਲ ਜੋੜੇ ਨੇ, ਕੱਲ ਪ੍ਰਤਾਪ ਬਾਜਵਾ ਵੀ ਹਰੀਸ਼ ਰਾਵਤ ਨੂੰ ਉਹਨੂੰ ਮਿਲ ਕੇ ਆਏ ਨੇ ਚਰਨਜੀਤ ਚੰਨੀ ਨੂੰ, ਔਰ ਚਰਨਜੀਤ ਚੰਨੀ ਨੂੰ ਮਿਲਣ ਤੋਂ ਬਾਅਦ ਪ੍ਰਤਾਪ ਬਾਜਵਾ ਉਹਨਾਂ ਨੇ ਵੀ ਆਪਣੀ ਗੱਲ ਰੱਖੀ ਹੈ, ਔਰ ਕੈਪਟਨ ਅਮਰਿੰਦਰ ਸਿੰਘ ਦੀ ਜਿਹੜੀ ਭੂਮਿਕਾ ਹੈ ਉਹਦੇ ਤੋਂ ਪ੍ਰਤਾਪ ਸਿੰਘ ਬਾਜਵਾ ਵੀ ਕਿਤੇ ਨਾ ਕਿਤੇ ਨਾਖੁਸ਼ ਦਿਖਾਈ ਦਿੱਤੇ ਨੇ। ਪ੍ਰਤਾਪ ਬਾਜਵਾ ਨੂੰ ਇਹ ਲੱਗਦਾ ਸੀ ਕਿ ਇਹ ਜਿਹੜੀਆਂ ਕਾਰਵਾਈਆਂ ਨੇ ਜਿਸ ਰੂਪ 'ਚ ਨਜ਼ਰ ਆ ਰਹੀਆਂ ਨੇ, ਇਸ ਰੂਪ 'ਚ ਨਹੀਂ ਨਜ਼ਰ ਆਉਣੀਆਂ ਚਾਹੀਦੀਆਂ ਸੀ। ਅਗਰ ਕੋਈ ਵੀ ਕਾਰਵਾਈਆਂ ਕਾਨੂੰਨੀ ਨੇ, ਉਹ ਕਾਨੂੰਨੀ ਤੌਰ ਤੇ ਹੋਣ, ਉਹਨਾਂ 'ਚ ਸਿਆਸੀ ਦਖਲ ਅੰਦਾਜ਼ੀ ਨਹੀਂ ਨਜ਼ਰ ਆਉਣੀ ਚਾਹੀਦੀ। ਖਾਸ ਤੌਰ ਦੇ ਉੱਤੇ ਜਿਹੜਾ ਪ੍ਰਗਟ ਸਿੰਘ ਦਾ ਮਾਮਲਾ ਸੀ ਉਹਦੇ ਉੱਪਰ ਵੀ ਉਹਨਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਇਹਦੇ ਤੇ ਸਪਸ਼ਟ ਜਵਾਬ ਦੇਣਾ ਚਾਹੀਦਾ ਕੋਈ ਨਾ ਕੋਈ, ਕਿਉਂਕਿ ਇਹ ਕਿਤੇ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਕਿ ਆਪਣੀ ਸਰਕਾਰ ਦੇ ਵਿੱਚ, ਆਪਣੀ ਮੁੱਖ ਮੰਤਰੀ ਦੇ ਦਫ਼ਤਰ 'ਚੋਂ ਹੀ ਆਪਣੇ ਵਿਧਾਇਕ ਨੂੰ ਇਸ ਤਰੀਕੇ ਦਾ ਜਿਹੜਾ ਸੁਨੇਹਾ ਹੈ ਜਾਂ ਉਹਦੇ ਉੱਪਰ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਜਾਵੇ। ਸੋ ਇੱਕ ਵਾਰੀ ਪ੍ਰਤਾਪ ਬਾਜਵਾ ਦੀ ਪੂਰੀ ਗੱਲ ਸੁਣਨੀ ਇਸ ਵਕਤ ਬਹੁਤ ਜ਼ਰੂਰੀ ਹੈ। ਪ੍ਰਤਾਪ ਬਾਜਵਾ ਦਾ ਬਿਆਨ ਹੈ ਜਿਹੜਾ ਉਹ ਕਈ ਪਾਸੇ ਇਸ਼ਾਰਾ ਕਰਦਾ ਹੈ। ਕੈਪਟਨ ਅਮਰਿੰਦਰ ਦੇ ਮੁਕਾਬਲੇ ਇਸ वक्त पंजाब च कई लीडर ने ਜਿਹੜੇ सरगर्मी फड़ चुके हैं। जिसके भी नीचे है, अगर अपने लोगों के घरों में या अपने लोगों की ये इन्वेस्टिगेशन करने की कोशिश करेंगे तो बड़ी विरोधता का सामना करना पड़ेगा। आज मीटिंग हुई है, क्या खास अंदर कुछ नहीं, कोई नहीं, ये तो एक हमारे सारे साथी हैं, हम सारे इकट्ठे होकर जो आज पंजाब में कांग्रेस की स्थिति है और गवर्नमेंट को क्या करना चाहिए उसी की चर्चा हो रही थी। कोई स्पेशल कोई ऐसी बात नहीं है। प्रगट सिंह ने भी प्रेस कॉन्फ्रेंस की है, उन्होंने कहा कि उन्हें धमकी मिल रही थी, तो उसके बारे में आप क्या कहेंगे? नहीं, मैंने तो कल का कहा हुआ है कि मैं कंडेम करता हूँ। जिसने भी ये काम, जो धमकी जिसने भी दी है, मैंने तो कल कैमरा पर कहा कि चीफ मिनिस्टर पंजाब को खुद आना चाहिए। उनको किसी को इधर किसी और को किसी की ड्यूटी नहीं लगानी चाहिए, खुद उनको, क्योंकि उनके खुद के एडवाइज़र ने धमकी दी है तो ये तो एक बहुत सीरियस मैटर है। चीफ मिनिस्टर को खुद क्लैरिफिकेशन देनी चाहिए। 24 घंटे हो गए चीफ मिनिस्टर ऑफिस से कोई क्लैरिफिकेशन नहीं आई, तो ये बात बहुत बुरी बात है। और हिंदुस्तान में डेमोक्रेसी है, यहाँ कोई ऑटोक्रेसी तो है नहीं। और ऐसा देखो, ना तो कोई डरने वाला, ना हमने कभी किसी को डराया, ना कभी किसी से डरे। और ये मैं कहना चाहता हूँ, ये एक अच्छी रीत नहीं है। ਸੋ ਇਹ ਪ੍ਰਤਾਪ ਬਾਜਵਾ ਦੀ ਜਦੋਂ ਅਸੀਂ ਪੂਰੀ ਗੱਲ ਸੁਣੀ ਹੈ, ਇੱਕ ਗੱਲ ਇਹਦੇ 'ਚ ਸਪਸ਼ਟ ਹੈ ਕਿ ਪ੍ਰਤਾਪ ਬਾਜਵਾ ਇਸ ਸਾਰੇ ਕੈਪਟਨ ਅਮਰਿੰਦਰ ਤੋਂ ਜਿਹੜੇ ਨਾਰਾਜ਼ ਲੋਕ ਨੇ, ਖੇਮੇ ਨੇ, ਉਹਨਾਂ ਦੇ ਨਾਲ ਸੰਪਰਕ 'ਚ ਨੇ। ਭਾਵੇਂ ਉਹ ਚਰਨਜੀਤ ਚੰਨੀ ਹੈ, ਭਾਵੇਂ ਰੰਧਾਵਾ ਹੈ, ਭਾਵੇਂ ਨਵਜੋਤ ਸਿੰਘ ਸਿੱਧੂ ਹੈ, ਭਾਵੇਂ ਪ੍ਰਗਟ ਸਿੰਘ ਹੈ। ਔਰ ਸਪਸ਼ਟ ਪ੍ਰਤਾਪ ਬਾਜਵਾ ਇਹ ਸੁਨੇਹਾ ਦੇ ਰਹੇ ਨੇ ਕਿ ਕਿਤੇ ਨਾ ਕਿਤੇ ਹੁਣ ਹਾਈ ਕਮਾਂਡ ਦਾ ਦਖਲ ਵੀ ਇਹਦੇ ਤੇ ਆਊਗਾ ਔਰ ਇਹ ਮਾਮਲਾ ਜਲਦ ਨਿਬੜੂਗਾ। ਇਹ ਪ੍ਰਤਾਪ ਬਾਜਵਾ ਵੱਲੋਂ ਇਸ ਤਰੀਕੇ ਦਾ ਸੁਨੇਹਾ ਹੈ।
ਤੇ ਕੱਲ ਹੀ ਵਿਕਰਮ ਮਜੀਠੀਆ ਨੇ ਵੀ ਪੀਸੀ ਕੀਤੀ ਹੈ ਤੇ ਕੀ ਸਾਰ ਕੱਢਿਆ ਜਾਏ ਇਸ ਪ੍ਰੈਸ ਕਾਨਫਰੰਸ ਦਾ? ਦੇਖੋ, ਹਰ ਤਰਫ ਕੈਪਟਨ ਅਮਰਿੰਦਰ ਤੇ ਤਾਂ ਇਸ ਵਕਤ ਸਿਆਸੀ ਹਮਲੇ ਹੋਣਗੇ ਨਾ। ਵਿਕਰਮ ਮਜੀਠੀਆ ਨੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਹੈ, ਵਿਕਰਮ ਮਜੀਠੀਆ ਨੇ ਕਈ ਪਾਸਿਓਂ ਘੇਰਨ ਦੀ ਕੋਸ਼ਿਸ਼ ਕੀਤੀ ਹੈ। ਇੱਕ ਪਾਸੇ ਤਾਂ ਉਹ ਕੈਪਟਨ ਅਮਰਿੰਦਰ ਦੀ ਸਰਕਾਰ ਨੂੰ ਘੇਰਦੇ ਰਹੇ, ਇੱਕ ਪਾਸੇ ਉਹ ਚਰਨਜੀਤ ਚੰਨੀ ਤੋਂ ਲੈ ਕੇ ਪ੍ਰਗਟ ਸਿੰਘ ਤੋਂ ਲੈ ਕੇ ਨਵਜੋਤ ਸਿੰਘ ਸਿੱਧੂ ਨੂੰ ਘੇਰਦੇ ਰਹੇ, ਮਤਲਬ ਆਪਣੇ ਵਿਰੋਧੀਆਂ ਨੂੰ ਘੇਰਦੇ ਰਹੇ। ਵਿਕਰਮ ਮਜੀਠੀਆ ਜਾਂ ਅਕਾਲੀ ਦਲ ਦੀ ਸਥਿਤੀ ਇਸ ਵਕਤ ਇਹ ਹੈ ਕਿ ਅਕਾਲੀ ਦਲ ਜਦੋਂ ਕਾਂਗਰਸ ਦੇ ਵਿੱਚ ਇੰਨੀ ਜ਼ਿਆਦਾ ਫੁੱਟ ਹੈ, ਕਾਂਗਰਸ 'ਚ ਇੰਨਾ ਜ਼ਿਆਦਾ ਵਿਰੋਧ ਹੈ, ਇੱਕ ਪਾਸੇ ਕਿਸਾਨ ਅੰਦੋਲਨ ਹੈ, ਇੱਕ ਪਾਸੇ ਆਮ ਆਦਮੀ ਪਾਰਟੀ ਹੈ। ਇਸ ਵਕਤ ਅਕਾਲੀ ਦਲ ਦੀ ਦਿੱਕਤ ਇਹ ਹੈ ਕਿ ਹੁਣ ਵੀ ਅਕਾਲੀ ਦਲ ਮੁੱਖ ਵਿਰੋਧੀ ਧਿਰ ਦੇ ਤੌਰ ਤੇ ਨਜ਼ਰ ਨਹੀਂ ਆਉਂਦਾ। ਅੱਜ ਵੀ ਪੰਜਾਬ 'ਚ ਜਿਹੜਾ ਮੁੱਖ ਵਿਰੋਧੀ ਧਿਰ ਹੈ ਉਹ ਤਾਂ ਆਮ ਆਦਮੀ ਪਾਰਟੀ ਹੈ, ਲੇਕਿਨ ਆਮ ਆਦਮੀ ਪਾਰਟੀ ਵੀ ਟੁੱਟੀ ਹੋਈ ਹੈ, ਸਾਨੂੰ ਪਤਾ, ਤਿੜਕੀ ਹੈ, ਕਈ ਵਿਧਾਇਕ ਉਹਨਾਂ ਦੇ ਛੱਡ ਗਏ। ਇਸ ਦੇ ਬਾਵਜੂਦ ਵੀ ਅਕਾਲੀ ਦਲ ਮੁੱਖ ਵਿਰੋਧੀ ਧਿਰ ਦੇ ਤੌਰ ਤੇ ਨਜ਼ਰ ਨਹੀਂ ਆਉਂਦਾ। ਕੋਸ਼ਿਸ਼ਾਂ ਨੇ ਕਿਤੇ ਨਾ ਕਿਤੇ ਕਿ ਜੋ ਕੁਝ ਸਰਕਾਰ 'ਚ ਹੋ ਰਿਹਾ ਹੈ ਅਸੀਂ ਉਹਦੇ ਤੇ ਆਪਣਾ ਵਿਰੋਧ ਕਰੀਏ, ਕਿਉਂਕਿ ਅਕਾਲੀ ਦਲ ਦਾ ਤਾਂ ਆਪਣਾ ਹੀ ਵਿਰੋਧ ਹੋ ਗਿਆ। ਜਿਹੜੇ ਕਿਸਾਨ ਆਗੂ ਨੇ ਉਹਨਾਂ ਦੀਆਂ ਜਿਹੜੀਆਂ ਟਿੱਪਣੀਆਂ ਸੀ, ਭਾਵੇਂ ਉਹਨਾਂ ਦੀਆਂ ਟਿੱਪਣੀਆਂ ਨੂੰ ਬੁਰਾ ਮਨਾਇਆ ਸੀ ਅਕਾਲੀ ਦਲ ਦੇ ਲੀਡਰਾਂ ਨੇ, ਉੱਥੋਂ ਤੱਕ ਗੱਲ ਸਹੀ ਸੀ, ਪਰ ਜਿਹੜਾ ਪ੍ਰਦਰਸ਼ਨ ਕੀਤਾ ਜਿਹਦੇ 'ਚ ਕਹਿੰਦੇ ਪੋਸਟਰ ਸਾੜ ਤੇ ਮਨਜੀਤ, ਉਹਨਾਂ ਦੇ ਜਿਹੜੇ ਕਿਸਾਨ ਲੀਡਰ ਨੇ, ਜਿਹੜੇ ਮਹਿਲ ਕਲਾਂ ਲਾਗੇ ਕਿਰਨਜੀਤ ਕਾਂਡ ਸੀ, ਉਹਦੇ ਸੰਘਰਸ਼ ਲਈ ਵੀ ਆਵਾਜ਼ ਬੁਲੰਦ ਕਰਦੇ ਰਹੇ ਨੇ। ਉਸ ਤੋਂ ਬਾਅਦ ਵੱਖ-ਵੱਖ ਕਿਸਾਨ ਜਥੇਬੰਦੀਆਂ ਨੇ ਵੀ ਅਕਾਲੀ ਦਲ ਦਾ ਕਾਫੀ ਵਿਰੋਧ ਕੀਤਾ। ਸੋ ਸਥਿਤੀਆਂ ਅਕਾਲੀ ਦਲ ਦੇ ਲਈ ਵੀ ਉਨੀਆਂ ਅਨੁਕੂਲ ਨਹੀਂ ਹੈ। ਇਹ ਬੜੀ ਵਿਚਿੱਤਰ ਸਥਿਤੀ ਹੈ ਕਿ ਪੰਜਾਬ 'ਚ 6-7 ਮਹੀਨਿਆਂ ਦੇ ਬਾਅਦ ਚੋਣਾਂ ਹੋਣੀਆਂ ਨੇ। ਨਾ ਅਕਾਲੀ ਦਲ ਦੀ ਸਥਿਤੀ ਸਪਸ਼ਟ ਹੈ ਕਿ ਅਕਾਲੀ ਦਲ 'ਚ ਕੀ ਹੋ ਰਿਹਾ ਹੈ, ਨਾ ਆਮ ਆਦਮੀ ਪਾਰਟੀ, ਨਾ ਭਾਰਤੀ ਜਨਤਾ ਪਾਰਟੀ, ਨਾ ਕਾਂਗਰਸ ਪਾਰਟੀ। ਕਾਂਗਰਸ ਆਪਸੀ ਫੁੱਟ 'ਚ ਹੈ, ਕਾਂਗਰਸ 'ਚ ਆਪਸ ਦੇ ਵਿੱਚ ਹੀ ਖਿੱਚੋਤਾਣਾ ਜਿਹੜੀ ਚੱਲ ਰਹੀ ਹੈ। ਅਕਾਲੀ ਦਲ 'ਚ ਟੁੱਟ ਪਹਿਲਾਂ ਬਹੁਤ ਜ਼ਿਆਦਾ ਹੋ ਗਈ। ਅਕਾਲੀ ਦਲ ਕਿਉਂਕਿ ਬੀਜੇਪੀ ਦੇ ਨਾਲ ਰਿਹਾ ਜਦੋਂ ਕਿਸਾਨ ਕਾਨੂੰਨ, 3 ਖੇਤੀ ਕਾਨੂੰਨ ਪਾਸ ਹੋਏ, ਇਸ ਕਰਕੇ ਅਕਾਲੀ ਦਲ ਅੱਜ ਵੀ ਉਹਨਾਂ ਸਥਿਤੀਆਂ 'ਚੋਂ ਬਾਹਰ ਨਹੀਂ ਆਇਆ। ਬੀਜੇਪੀ ਨੇ ਕਿਉਂਕਿ ਇਹ ਕਾਨੂੰਨ ਪਾਸ ਕੀਤੇ ਨੇ, ਬੀਜੇਪੀ ਦੀਆਂ ਸਥਿਤੀਆਂ ਚੰਗੀਆਂ ਨਹੀਂ ਹੈ। ਆਮ ਆਦਮੀ ਪਾਰਟੀ ਕਈ ਪਾਸਿਓਂ ਟੁੱਟ ਚੁੱਕੀ ਹੈ, ਪਹਿਲਾਂ ਬਹੁਤ ਟੁੱਟ ਹੋਈ ਆਮ ਆਦਮੀ ਪਾਰਟੀ ਦੇ ਵਿੱਚ, ਔਰ ਹੁਣ ਆਮ ਆਦਮੀ ਪਾਰਟੀ ਵੀ ਮੈਨੂੰ ਪੰਜਾਬ 'ਚ ਮੁੱਖ ਵਿਰੋਧੀ ਧਿਰ ਦੀ ਭੂਮਿਕਾ ਕਰਦੀ ਨਜ਼ਰ ਨਹੀਂ ਆਉਂਦੀ। ਗੱਲਾਂ ਆਮ ਆਦਮੀ ਪਾਰਟੀ ਵਾਲੇ ਦਿੱਲੀ ਨੂੰ ਜੋੜ ਕੇ ਕਰਦੇ ਸੀ, ਦਿੱਲੀ ਮਾਡਲ, ਕੇਜਰੀਵਾਲ ਨੂੰ ਲੈ ਕੇ ਆਵਾਂਗੇ, ਪੰਜਾਬ 'ਚ ਦਿੱਲੀ ਵਰਗੀਆਂ ਸਿਹਤ ਸਹੂਲਤਾਂ ਦੇਵਾਂਗੇ। ਉਹ ਕੋਵਿਡ ਨੇ ਦਿੱਲੀ ਮਾਡਲ ਨੂੰ ਖੋਲ੍ਹ ਕੇ ਰੱਖਤਾ ਪੂਰੀ ਦੁਨੀਆ ਦੇ ਅੱਗੇ, ਭਾਵੇਂ ਉਹ ਮੋਦੀ ਸਾਹਿਬ ਦਾ ਮਾਡਲ ਹੋਵੇ, ਭਾਵੇਂ ਦਿੱਲੀ ਮਾਡਲ ਹੋਵੇ ਕੇਜਰੀਵਾਲ ਦਾ। ਇਹਨਾਂ ਦੋਨਾਂ ਦੇ ਜਿਹੜੇ ਸਿਹਤ ਮਾਡਲ ਨੇ ਉਹ ਐਕਸਪੋਜ਼ ਹੋ ਗਏ। ਮੋਦੀ ਸਾਹਿਬ ਦੇ ਸਿਹਤ ਮਾਡਲ 'ਚ ਅਸੀਂ ਦੇਖਿਆ ਉੱਤਰ ਪੱਛਮੀ ਬਿਹਾਰ 'ਚ ਔਰ ਉੱਤਰ ਪ੍ਰਦੇਸ਼ 'ਚ ਕੀ ਹੋ ਰਿਹਾ, ਗੰਗਾ ਨਦੀ 'ਚ ਮ੍ਰਿਤਕ ਦੇਹਾਂ ਨਜ਼ਰ ਆ ਰਹੀਆਂ ਨੇ ਔਰ ਪੂਰੀ ਦੁਨੀਆ ਦੇਖ ਰਹੀ ਹੈ ਸਿਹਤ ਮਾਡਲ ਇੰਡੀਆ ਦਾ। ਔਰ ਇਸੇ ਤਰ੍ਹਾਂ ਦਿੱਲੀ ਦਾ ਸਿਹਤ ਮਾਡਲ ਅਸੀਂ ਦੇਖ ਚੁੱਕੇ ਹਾਂ ਕਿੰਨਾ ਬੁਰਾ ਹਾਲ ਹੋਇਆ। ਇਹਨਾਂ ਦੇ ਮੁਕਾਬਲੇ ਕੈਪਟਨ ਅਮਰਿੰਦਰ ਦਾ ਪੰਜਾਬ ਵਾਲਾ ਪ੍ਰਸ਼ਾਸਨਿਕ ਮਾਡਲ ਕੋਵਿਡ ਨੂੰ ਕਾਬੂ ਕਰਨ ਦੇ ਲਈ ਪ੍ਰਭਾਵੀ ਰਿਹਾ ਦਿੱਲੀ ਔਰ ਦੇਸ਼ ਦੇ ਮੁਕਾਬਲੇ। ਸੋ ਇਸ ਕਰਕੇ ਆਮ ਆਦਮੀ ਪਾਰਟੀ ਕੋਲੇ ਵੀ ਕੋਈ ਬਹੁਤਾ ਵੱਡਾ ਮੁੱਦਾ ਨਹੀਂ ਕਿ ਉਹ ਦਿੱਲੀ ਦੇ ਕੇਜਰੀਵਾਲ ਮਾਡਲ ਦਾ ਨਾਂ ਲੈ ਕੇ ਪੰਜਾਬ 'ਚ ਵੋਟਾਂ ਮੰਗਣ। ਸੋ ਮੈਂ ਵੀ ਸੋਚ ਰਿਹਾ ਕਿ ਆਉਂਦੇ ਦਿਨਾਂ 'ਚ ਆਮ ਆਦਮੀ ਪਾਰਟੀ ਵਾਲੇ ਹੁਣ ਕੇਜਰੀਵਾਲ ਦਾ ਨਾਮ ਵੀ ਕਿਵੇਂ ਲੈਣਗੇ, ਵੀ ਸਿਹਤ ਦੇ ਖੇਤਰ 'ਚ ਕੇਜਰੀਵਾਲ ਨੇ ਆਹ ਕਰਤਾ, ਕਿਉਂਕਿ ਦਿੱਲੀ 'ਚ ਸਿਹਤ ਦੀਆਂ ਸਥਿਤੀਆਂ ਕੀ ਨੇ ਅਸੀਂ ਸਾਰਿਆਂ ਨੇ ਦੇਖ ਹੀ ਲਈਆਂ। ਸੋ ਵਿਕਰਮ ਮਜੀਠੀਆ ਦੀ ਇੱਕ ਵਾਰੀ ਗੱਲ ਸੁਣ ਲਈਏ, ਵਿਕਰਮ ਮਜੀਠੀਆ ਨੇ ਕਿਵੇਂ ਸਿੱਧੂ ਨੂੰ ਘੇਰਿਆ, ਕਿਉਂਕਿ ਅੱਜ ਵੀ ਕਿਤੇ ਨਾ ਕਿਤੇ ਨਵਜੋਤ ਸਿੰਘ ਸਿੱਧੂ ਅਕਾਲੀ ਦਲ ਦੇ ਲਈ ਮੁੱਖ ਜਿਹਨੂੰ ਕਹਿੰਦੇ ਨੇ ਇੱਕ ਟਾਰਗੇਟ ਬਣਿਆ ਹੋਇਆ, ਸਿਆਸੀ ਟਾਰਗੇਟ। ਔਰ ਆਉਂਦੀਆਂ ਚੋਣਾਂ 'ਚ ਵੀ ਮੈਨੂੰ ਲੱਗਦਾ ਹੁਣ ਵੀ ਸੁਖਬੀਰ ਬਾਦਲ ਕੋਈ ਬਿਆਨ ਦਿੰਦੇ ਨੇ ਤੇ ਨਵਜੋਤ ਸਿੰਘ ਸਿੱਧੂ ਉਹਦਾ ਜਵਾਬ ਦਿੰਦੇ ਨੇ ਟਵੀਟ ਨਾਲ, ਕਦੀ ਸਬੂਤ ਪੇਸ਼ ਕਰ ਦਿੰਦੇ ਨੇ ਵੀਡੀਓ ਦੇ ਰੂਪ ਦੇ ਵਿੱਚ, ਭਾਵੇਂ ਅਦਾਲਤਾਂ ਦੇ ਵਿੱਚ ਉਹਨਾਂ ਸਬੂਤਾਂ ਦੀ ਮਾਨਤਾ ਕੀ ਹੋਊਗੀ ਉਹ ਵੱਖਰਾ ਵਿਸ਼ਾ ਹੈ। ਪਰ ਪੋਲੀਟੀਕਲ ਇਲਜ਼ਾਮਬਾਜ਼ੀਆਂ ਦੇ ਦੌਰ 'ਚ ਨਵਜੋਤ ਸਿੱਧੂ ਔਰ ਅਕਾਲੀ ਦਲ ਦੇ ਵਿੱਚ ਪੂਰੀ ਇਸ ਵਕਤ ਸਿਆਸੀ ਲੜਾਈ ਹੈ ਔਰ ਨਵਜੋਤ ਸਿੱਧੂ ਤੇ ਵਿਕਰਮ ਮਜੀਠੀਆ ਵੀ ਤਿੱਖੇ ਸਿਆਸੀ ਹਮਲੇ ਕਰਦੇ ਨੇ। ਇੱਕ ਵਾਰੀ ਸੁਣ ਲਈਏ। ਗੱਲ ਤਾਂ ਤੁਸੀਂ ਕੁਰਸੀ ਤੇ ਕਬਜ਼ਾ ਕਰਨਾ ਚਾਹੁੰਦੇ ਹੋ, ਹੋਰ ਕੋਈ ਕੰਮ ਤਾਂ ਮਿਲਦਾ ਨਹੀਂ। ਜੇ ਤੁਹਾਨੂੰ ਇੰਨਾ ਹੀ ਫਿਕਰ ਹੈ, ਦੇਖੋ ਗੁਰੂ ਸਾਹਿਬ ਦੀ ਬੇਅਦਬੀ ਹੋਈ, ਦੁਖਦਾਈ ਗੱਲ ਹੈ, ਸੱਚ ਸਾਹਮਣੇ ਆਵੇ, ਅਸੀਂ ਸਭ ਚਾਹੁੰਦੇ ਆ, ਮਗਰ ਉੱਤੇ ਕੱਲੀ ਰਾਜਨੀਤੀ ਸਿਆਸਤ ਅੱਜ ਠੋਕੋ ਤਾਲੀ ਦਾ ਕੰਮ ਬਣ ਗਿਆ। ਔਰ ਇਹਨਾਂ ਦੇ ਜਿੰਨੇ ਕੁ ਵੀ ਆ ਵਜ਼ੀਰ ਨੇ, ਇਹਨਾਂ ਦੀ ਤਾਂ ਜਿੰਨੀ ਘੱਟ ਗੱਲ ਕੀਤੀ ਜਾਵੇ ਉਹੀ ਗੱਲ ਹੈ, ਠੋਕੋ ਤਾਲੀ ਆਪ ਤੇ ਹੈ, ਚੀਕੂ ਸੀਤਾ ਫਲ ਆਪ ਤੇ ਕੰਮ ਤੇ ਲੱਗੇ ਆ। ਇਹਨਾਂ ਨੂੰ ਲੋਕਾਂ ਦੀ ਤਾਂ ਕੋਈ ਫਿਕਰ ਕੋਈ ਨਹੀਂ ਮੈਂ ਵੇਖ ਰਿਹਾ। ਹਾਲਾਤ ਵੇਖੋ ਤੁਸੀਂ, ਗਵਰਨਮੈਂਟ ਆਫ ਇੰਡੀਆ, ਭਾਵੇਂ ਗਵਰਨਮੈਂਟ ਆਫ ਇੰਡੀਆ ਇਹਦੇ 'ਚ ਬਰਾਬਰ ਦੀ ਜ਼ਿੰਮੇਵਾਰ ਹੈ। ਦੀਦੀ ਤੋਂ ਵੇਲ ਨਹੀਂ ਮਿਲਿਆ ਉਹਨਾਂ ਨੂੰ। ਅੱਜ ਅਸਲੀਅਤ ਕੀ ਹੈ ਕਿ ਜਿੰਨੇ ਵੈਂਟੀਲੇਟਰ ਦਿੱਲੀ ਤੋਂ ਆਏ ਸੀ, ਵਾਇਆ ਸੋ ਮਨੀ ਵੀ ਲਾਈਂਗ ਅਨਯੂਜ਼ਡ, ਇਹ ਕ੍ਰਿਮੀਨਲ ਨੈਗਲੀਜੈਂਸ ਹੈ। क्यों नहीं इससे, क्यों मतलब वाई आर बी, मतलब डे बाय डे डेथ्स बढ़ रही ने,
ਰਿਪੋਰਟਿੰਗ ਅੰਡਰ ਰਿਪੋਰਟਿੰਗ ਨੂੰ ਇਨਕਰੇਜ ਕੀਤਾ ਜਾ ਰਿਹਾ ਕਿ ਸੱਚਾਈ ਸਾਹਮਣੇ ਨਾ ਲਿਆਓ। ਪਿੰਡਾਂ 'ਚ ਟੈਸਟਿੰਗ ਨਹੀਂ ਹੋ ਰਹੀ, ਲੋਕ ਟੈਸਟ ਕਰਾਉਣ ਤੋਂ ਘਬਰਾਉਂਦੇ ਆ। ਮੇਰਾ ਆਪ ਦਾ ਜਾਣਕਾਰ ਨੇ, ਮੈਂ ਉਹਨਾਂ ਨੂੰ ਕਿਹਾ ਵੈਕਸੀਨੇਸ਼ਨ ਲਵਾ ਲਓ। ਦੇਖੋ ਇਹ ਕੌਨਫੀਡੈਂਸ ਬਿਲਡਿੰਗ ਕਿਹਨੇ ਕਰਨੀ ਆ? ਸਰਕਾਰ ਨੇ ਕਰਨੀ ਆ। ਪਿੰਡਾਂ 'ਚ ਨਾ ਤਾਂ ਟੈਸਟ ਕਰਾ ਕੇ ਰਾਜੀ ਆ, ਨਾ ਵੈਕਸੀਨੇਸ਼ਨ ਲਵਾ ਕੇ ਰਾਜੀ ਆ। ਮਤਲਬ ਸਰਕਾਰ ਦਾ ਪ੍ਰੋਜੈਕਟ ਫੇਲ। ਔਰ ਹਾਲਾਤ ਇਹ ਹੋ ਗਏ ਆ, ਚਲੋ ਉਹ ਵੀ ਤੁਸੀਂ ਵੇਖਿਆ ਹਾਲ, ਜਿੱਥੇ ਪੰਜਾਬ ਵਰਗੇ ਪੰਜਾਬੀਆਂ ਲਈ ਮਸ਼ਹੂਰ ਹੈ, ਜਿੱਥੇ ਹਰ ਕੋਈ ਫੇਲ, ਉੱਥੇ ਕੱਲਾ ਪੰਜਾਬੀ ਆਉਂਦਾ ਬਾਂਹ ਫੜਨ ਵਾਸਤੇ। ਮਗਰ ਕੀ ਪੰਜਾਬ ਦੇ ਇਹ ਜਿਹੇ ਹਾਲਾਤ ਵੇਖੇ ਸੀ ਕਿ ਇੱਕ ਬਜ਼ੁਰਗ ਆਪਣੀ ਬੇਟੀ ਨੂੰ ਸੰਸਕਾਰ ਵਾਸਤੇ 3 ਦਿਨ ਲੱਗੇ, ਉਹਦੀ ਇਹ ਵੀਡੀਓ ਵੇਖ ਕੇ। ਇਹ ਤੋਂ ਵੱਡਾ ਸਰਕਾਰ ਦਾ ਫੇਲੀਅਰ ਇਹ ਜੀ 100 ਨੇ। ਮੈਂ ਤਾਂ ਇੱਕ ਉਦਾਹਰਨ ਦੇ ਰਿਹਾ, ਮੈਂ ਲੰਮਾ ਨਹੀਂ ਜਾਊਂਗਾ ਇਹਦੇ 'ਚ। ਓਕੇ, ਤੇ ਵਿਕਰਮ ਮਜੀਠੀਏ ਨੇ ਕਿਹੜੇ ਇਲਜ਼ਾਮ ਲਾ ਕੀ ਕੁਝ ਕਿਹਾ, ਇਹ ਸਾਰਾ ਸਾਡੇ ਦਰਸ਼ਕਾਂ ਨੇ ਸੁਣਿਆ। ਡੱਲਾ ਜੀ, ਤੇ ਤੁਸੀਂ ਗੱਲ ਕਰ ਰਹੇ ਸੀ ਕਾਂਗਰਸ ਦੇ ਵਿੱਚ ਜਿਹੜੀ ਫੁੱਟ ਪਈ ਹੋਈ ਹੈ ਉਸ ਦੇ ਬਾਰੇ, ਤੇ ਹੁਣ ਪ੍ਰਗਟ ਸਿੰਘ ਔਰ ਨਵਜੋਤ ਸਿੰਘ ਸਿੱਧੂ ਦੀ ਅਗਲੀ ਰਣਨੀਤੀ ਤੁਹਾਡੇ ਥਰੂ ਜਾਨਣਾ ਚਾਹਾਂਗੇ ਕਿ ਕੀ ਹੋ ਸਕਦੀ ਹੈ। ਬੜਾ ਅਹਿਮ ਸਵਾਲ ਹੈ। ਦੇਖੋ, ਪ੍ਰਗਟ ਸਿੰਘ ਔਰ ਨਵਜੋਤ ਸਿੰਘ ਸਿੱਧੂ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਦੇਖੋ ਪ੍ਰਗਟ ਸਿੰਘ ਨੇ ਤਾਂ ਸਾਰੀ ਗੱਲ ਦਾ ਖੁਲਾਸਾ ਕਰਤਾ ਕਿ ਇਸ ਤਰੀਕੇ ਨਾਲ ਮੇਰੇ ਨਾਲ ਵਾਪਰਿਆ ਔਰ ਇਸ ਤਰੀਕੇ ਦੀਆਂ ਜਿਹੜੀਆਂ ਨੇ ਪੋਲੀਟੀਕਲ ਸਥਿਤੀਆਂ ਬਣੀਆਂ ਹੋਈਆਂ ਨੇ ਔਰ ਇਸ ਰੂਪ ਦੇ ਵਿੱਚ ਮੇਰੇ ਤੇ ਇਲਜ਼ਾਮ ਲੱਗੇ ਜਾਂ ਮੈਨੂੰ ਧਮਕੀਆਂ ਆਈਆਂ। ਇੱਕ ਤਾਂ ਇਹ ਵਿਸ਼ਾ ਹੈ। ਦੂਸਰਾ ਹੈ ਕਿ ਪ੍ਰਗਟ ਸਿੰਘ ਹੁਣ, ਕਿਉਂਕਿ ਹਰੀਸ਼ ਰਾਵਤ ਉਹਨਾਂ ਨੇ ਫੋਨ ਕੀਤਾ ਨਿੱਜੀ ਤੌਰ ਤੇ, ਹਰੀਸ਼ ਰਾਵਤ ਬਤੌਰ ਪੰਜਾਬ ਪ੍ਰਭਾਰੀ ਬਹੁਤ ਜ਼ਿਆਦਾ ਸਰਗਰਮ ਨਹੀਂ ਸੀ। ਉਹਨਾਂ ਨੂੰ ਵੀ ਕੋਵਿਡ ਹੋ ਗਿਆ ਸੀ, ਪਰ ਪਿਛਲੇ 2-3 ਦਿਨਾਂ ਤੋਂ ਜਿਸ ਤਰੀਕੇ ਦੀਆਂ ਪੋਲੀਟੀਕਲ ਸਰਗਰਮੀਆਂ ਹੋਈਆਂ ਪੰਜਾਬ 'ਚ, ਹਰੀਸ਼ ਰਾਵਤ ਫਿਰ ਸਰਗਰਮ ਹੋਏ ਨੇ ਔਰ ਪਤਾ ਲੱਗਿਆ ਕਿ ਉਹਨਾਂ ਨੇ ਪੂਰੇ ਮਾਮਲੇ ਨੂੰ ਰਾਹੁਲ ਗਾਂਧੀ ਨੂੰ, ਪ੍ਰਿੰਕਾ ਗਾਂਧੀ ਨੂੰ ਔਰ ਸੋਨੀਆ ਗਾਂਧੀ ਦੇ ਧਿਆਨ ਦੇ ਵਿੱਚ ਵੀ ਲਿਆਂਦਾ ਹੈ। ਔਰ ਹਰੀਸ਼ ਰਾਵਤ ਨੇ ਪਾਰਟੀ ਦੀ ਹਾਈ ਕਮਾਂਡ ਤੋਂ ਗ੍ਰੀਨ ਸਿਗਨਲ ਮਿਲਣ ਤੋਂ ਬਾਅਦ ਖੁਦ ਟੈਲੀਫੋਨ ਕੀਤੇ ਨੇ। ਹਰੀਸ਼ ਰਾਵਤ ਨੇ ਪ੍ਰਗਟ ਸਿੰਘ ਨੂੰ ਵੀ ਟੈਲੀਫੋਨ ਕੀਤਾ, ਨਵਜੋਤ ਸਿੰਘ ਸਿੱਧੂ ਉਹਨਾਂ ਨੂੰ ਵੀ ਟੈਲੀਫੋਨ ਕੀਤੇ ਨੇ। ਔਰ ਪ੍ਰਗਟ ਸਿੰਘ ਨੂੰ ਤਾਂ ਸਪਸ਼ਟ ਤੌਰ ਤੇ ਹਰੀਸ਼ ਰਾਵਤ ਨੇ ਕਿਹਾ ਕਿ ਤੁਸੀਂ ਜਿੰਨਾ ਤੁਸੀਂ ਬਿਆਨ ਦੇਣਾ ਸੀ, ਜਿੰਨੀ ਗੱਲ ਤੁਸੀਂ ਕਰਨੀ ਸੀ, ਹੁਣ ਤੁਸੀਂ ਕਰ ਲਈ। ਹੁਣ ਤੁਸੀਂ ਅਗਲੇ ਕੁਝ ਦਿਨ ਸ਼ਾਂਤੀ ਬਣਾ ਕੇ ਰੱਖੋ, ਕਿਉਂਕਿ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਕੋਲੇ ਪੂਰਾ ਮਾਮਲਾ ਆ ਗਿਆ। ਕੇਂਦਰੀ ਲੀਡਰਸ਼ਿਪ ਜਲਦ ਹੀ ਇਹਦੇ ਤੇ ਕੋਈ ਫੈਸਲਾ ਕਰੂਗੀ। ਸੋ ਪ੍ਰਗਟ ਸਿੰਘ ਨੂੰ ਵੀ ਉਹਨਾਂ ਨੇ ਇਹ ਕਿਹਾ ਕਿ ਤੁਸੀਂ ਇੰਤਜ਼ਾਰ ਕਰੋ। ਇਸੇ ਤਰ੍ਹਾਂ ਉਹਨਾਂ ਨੇ ਨਵਜੋਤ ਸਿੰਘ ਸਿੱਧੂ ਨੂੰ ਫੋਨ ਕੀਤਾ। ਦੇਖੋ, ਨਵਜੋਤ ਸਿੰਘ ਸਿੱਧੂ ਦੇ ਵਿੱਚ ਬਹੁਤ ਭਰੋਸਾ ਰੱਖਦੇ ਨੇ ਹਰੀਸ਼ ਰਾਵਤ। ਹਰੀਸ਼ ਰਾਵਤ ਉੱਤਰਾਖੰਡ ਤੋਂ ਆਉਂਦੇ ਨੇ ਔਰ ਨਵਜੋਤ ਸਿੰਘ ਸਿੱਧੂ ਉੱਥੇ ਵੀ ਚੋਣ ਪ੍ਰਚਾਰ ਕਿਸੇ ਸਮੇਂ ਕਰਕੇ ਆਇਆ ਸੀ। ਔਰ ਹਰੀਸ਼ ਰਾਵਤ ਜਦੋਂ ਪੰਜਾਬ ਆਏ, ਸੋਨੀਆ ਗਾਂਧੀ, ਪ੍ਰਿੰਕਾ ਗਾਂਧੀ ਔਰ ਰਾਹੁਲ ਗਾਂਧੀ ਨੇ ਉਹਨਾਂ ਨੂੰ ਕਾਮਨ, ਇਹ ਮੰਨਿਆ ਜਾਂਦਾ ਹੈ, ਆਲ ਇੰਡੀਆ ਕਾਂਗਰਸ ਕਮੇਟੀ ਦਿੱਲੀ ਦੇ ਵਿੱਚ ਆਮ ਚਰਚਾਵਾਂ ਨੇ ਕਿ ਆਪਣਾ ਦੂਤ ਬਣਾ ਕੇ ਇੱਕ ਤਰੀਕੇ ਨਾਲ ਪੰਜਾਬ ਦਾ ਪ੍ਰਭਾਰੀ ਬਣਾ ਕੇ ਭੇਜਿਆ ਸੀ, ਤਾਂ ਕਿ ਇੱਕ ਸਾਬਕਾ ਮੁੱਖ ਮੰਤਰੀ ਨੇ, ਸਾਬਕਾ ਕੇਂਦਰੀ ਮੰਤਰੀ ਨੇ ਔਰ ਕੈਪਟਨ ਅਮਰਿੰਦਰ ਸਿੰਘ ਤੋਂ ਉਮਰ 'ਚ ਕੋਈ ਬਹੁਤਾ ਜ਼ਿਆਦਾ ਉਹਨਾਂ ਦਾ ਫਰਕ ਨਹੀਂ ਔਰ ਸੀਨੀਅਰ ਲੀਡਰ ਹੋਣ ਕਰਕੇ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਉਹ ਪੰਜਾਬ ਦੀ ਕਾਂਗਰਸ ਨੂੰ ਇੱਕ ਸਨਮਾਨਜਨਕ ਸਥਿਤੀ ਤੇ ਲੈ ਕੇ ਜਾਣਗੇ। ਔਰ ਉਹਨਾਂ ਨੂੰ ਜ਼ਿੰਮੇਵਾਰੀ ਸੀ ਵੀ ਕਿਸੇ ਤਰ੍ਹਾਂ ਨਵਜੋਤ ਸਿੰਘ ਸਿੱਧੂ ਦਾ ਮਾਨ ਸਨਮਾਨ ਵੀ ਬਹਾਲ ਹੋਵੇ ਔਰ ਕੈਪਟਨ ਔਰ ਨਵਜੋਤ ਸਿੰਘ ਸਿੱਧੂ ਦੇ ਵਿੱਚ ਟੱਸਲ ਹੈ ਜਿਹੜੀ, ਉਹਨੂੰ ਖਤਮ ਕਰਾਇਆ ਜਾਵੇ। ਔਰ ਕਾਫੀ ਹੱਦ ਤੱਕ ਹਰੀਸ਼ ਰਾਵਤ ਉਹਦੇ 'ਚ ਕਾਮਯਾਬ ਹੋਏ। ਹਾਲਾਂਕਿ ਹਰੀਸ਼ ਰਾਵਤ ਦਾ ਸੁਝਾਅ ਸੀ ਕਿ ਸਿੱਧੂ ਨੂੰ ਵੱਡੀ ਜ਼ਿੰਮੇਵਾਰੀ ਅਸੀਂ ਦੇਣੀ ਚਾਹੁੰਦੇ ਹਾਂ, ਤੇ ਉਹ ਵੱਡੀ ਜ਼ਿੰਮੇਵਾਰੀ ਨੂੰ ਹਾਈ ਕਮਾਂਡ ਦੀ ਇੱਛਾ ਮੁਤਾਬਕ ਪ੍ਰਧਾਨਗੀ ਵੀ ਦੇਖਿਆ ਜਾ ਰਿਹਾ ਹੈ ਔਰ ਡਿਪਟੀ ਸੀਐਮ ਵੀ ਦੇਖਿਆ ਜਾ ਰਿਹਾ। ਪਰ ਕੈਪਟਨ ਨੇ ਬਹੁਤ, ਜਿਹਨੂੰ ਕਹਿੰਦੇ ਨੇ, ਸਿਆਸੀ ਸੂਝ-ਬੂਝ ਨਾਲ ਹਰੀਸ਼ ਰਾਵਤ ਨੂੰ ਪਟਕਣੀ ਦਿੱਤੀ, ਤੇ ਨਾ ਉਹਨਾਂ ਦੀ ਜਿਹੜੀ ਗੱਲ ਹੈ ਡਿਪਟੀ ਸੀਐਮ ਵਾਲੀ ਉਹਨਾਂ ਨੇ ਪ੍ਰਵਾਨ ਕੀਤੀ, ਨਾ ਪ੍ਰਧਾਨਗੀ ਵਾਲੀ ਪ੍ਰਵਾਨ ਕੀਤੀ। ਜਿਸ ਤੋਂ ਬਾਅਦ ਇੱਕ ਤਰੀਕੇ ਨਾਲ ਹਰੀਸ਼ ਰਾਵਤ ਵੀ ਕੈਪਟਨ ਅਮਰਿੰਦਰ ਦੇ ਕਾਫੀ ਜੂਨੀਅਰ ਨਜ਼ਰ ਆਉਂਦੇ ਸੀ ਸਾਨੂੰ, ਔਰ ਅੱਜ ਵੀ ਲੱਗਦਾ ਹੈ ਕਿ ਹਰੀਸ਼ ਰਾਵਤ ਕੈਪਟਨ ਅਮਰਿੰਦਰ ਦੇ ਬੜੇ ਜੂਨੀਅਰ ਨੇ। ਪਰ ਹਾਈ ਕਮਾਂਡ ਨੇ ਇੱਕ ਵਾਰੀ ਫੇਰ ਮੈਨੂੰ ਲੱਗਦਾ ਉਹਨਾਂ ਤੇ ਭਰੋਸਾ ਪ੍ਰਗਟ ਕੀਤਾ, ਕਿਉਂਕਿ ਕੋਵਿਡ ਹੋ ਗਿਆ ਸੀ, ਠੀਕ ਹੋ ਗਏ ਸੀ, ਪਰ ਪਿਛਲੇ 1 ਮਹੀਨੇ ਤੋਂ ਲਗਭਗ ਨਵਜੋਤ ਸਿੰਘ ਸਿੱਧੂ ਔਰ ਕੈਪਟਨ ਅਮਰਿੰਦਰ ਦੇ ਵਿੱਚ ਇੱਕ ਸਿਆਸੀ ਮਨਮੁਟਾਵ ਚੱਲ ਰਿਹਾ। ਖੁੱਲ੍ਹ ਕੇ ਹਰੀਸ਼ ਰਾਵਤ ਨੇ ਕਦੀ ਬਿਆਨ ਨਹੀਂ ਸੀ ਦਿੱਤਾ, ਨਾ ਉਹਨਾਂ ਨੇ ਕੋਈ ਟਵੀਟ ਕੀਤਾ ਨਵਜੋਤ ਸਿੰਘ ਸਿੱਧੂ ਔਰ ਕੈਪਟਨ ਦੇ ਬਾਰੇ। ਦੇਖੋ, ਅੱਜ ਕੱਲ੍ਹ ਟਵੀਟ ਹੈ ਜਿਹੜਾ ਬੜੀ ਆਸਾਨ ਹੈ। ਮੈਂ ਦੇਖ ਰਿਹਾ ਸੀ ਹਰੀਸ਼ ਰਾਵਤ ਉਹਨਾਂ ਨੇ ਜਦੋਂ ਪੋਜ਼ਿਟਿਵ ਹੋਏ ਉਹਨਾਂ ਨੇ ਆਪਣੀ ਪੋਸਟ ਪਾਈ, ਉਸ ਤੋਂ ਬਾਅਦ ਵੀ ਉਹ ਕਈ ਵਾਰੀ ਪੋਸਟ ਪਾਉਂਦੇ ਨੇ, ਮੁਬਾਰਕਬਾਦਾਂ ਲਈ ਵੀ ਪਾਉਂਦੇ ਰਹੇ ਨੇ ਔਰ ਵੱਖ-ਵੱਖ ਮੁੱਦਿਆਂ ਤੇ ਉਹ ਆਪਣੀ ਰਾਏ ਰੱਖਦੇ ਰਹੇ ਨੇ। ਪਰ ਪੰਜਾਬ ਦੇ ਕੈਪਟਨ ਸਿੱਧੂ ਕਾਂਡ ਤੇ ਉਹਨਾਂ ਨੇ ਕੁਝ ਨਹੀਂ ਲਿਖਿਆ, ਉਹ ਪ੍ਰਭਾਰੀ ਸੀ। ਹੁਣ ਗੱਲ ਸਾਹਮਣੇ ਆਈ ਹੈ ਕਿ ਹਾਈ ਕਮਾਂਡ ਤੋਂ ਫਿਰ ਇੱਕ ਵਾਰੀ ਗ੍ਰੀਨ ਸਿਗਨਲ ਚਾਹੁੰਦੇ ਸੀ ਵੀ ਹੁਣ ਮੈਂ ਕੀ ਕਰਾਂ। ਸੋ ਹੁਣ ਉਹ ਗ੍ਰੀਨ ਸਿਗਨਲ ਮਿਲ ਗਿਆ। ਮੈਨੂੰ ਲੱਗਦਾ ਹੈ ਅਗਲੇ 4-5 ਦਿਨਾਂ ਦੇ ਵਿੱਚ ਮੈਂ ਇਹ ਮਹਿਸੂਸ ਕਰਦਾ ਕਿ ਅੱਜ 19 ਮਈ ਹੋ ਗਈ ਹੈ, ਮੈਨੂੰ ਲੱਗਦਾ ਹੈ 24-25 ਮਈ ਆ, ਉਸ ਤੋਂ ਪਹਿਲਾਂ ਹਰੀਸ਼ ਰਾਵਤ ਇੱਕ ਵਾਰੀ ਫੇਰ ਪੰਜਾਬ ਦੌਰੇ ਤੇ ਆਉਣਗੇ, ਪ੍ਰਤਾਪ ਬਾਜਵਾ ਨੂੰ ਮਿਲਣਗੇ, ਨਵਜੋਤ ਸਿੰਘ ਸਿੱਧੂ ਨੂੰ ਮਿਲਣਗੇ, ਪ੍ਰਗਟ ਸਿੰਘ ਨੂੰ ਮਿਲਣਗੇ, ਚਰਨਜੀਤ ਚੰਨੀ ਨੂੰ ਮਿਲਣਗੇ,
ਸੋ ਉਹ 3 4 5 ਦਿਨਾਂ ਦੇ ਵਿੱਚ ਪੰਜਾਬ ਆਉਣਗੇ ਔਰ ਕੇਂਦਰ ਦੀ ਜਿਹੜੀ ਹਾਈ ਕਮਾਂਡ ਹੈ ਕਾਂਗਰਸ ਦੀ, ਪੰਜਾਬ ਦੀ ਸਾਰੀ ਰਿਪੋਰਟ ਵੀ ਕੇਂਦਰ ਦੀ ਹਾਈ ਕਮਾਂਡ ਨੂੰ ਭੇਜਣਗੇ। ਔਰ ਇਸ ਵਾਰ ਉਹਨਾਂ ਦਾ ਜਿਹੜਾ ਰੂਪ ਹੈ ਥੋੜਾ ਜਿਹਾ, ਉਹ ਮੈਨੂੰ ਲੱਗਦਾ ਹੈ ਉਹਨਾਂ ਨੂੰ ਥੋੜਾ ਜਿਹਾ ਪੋਲੀਟੀਕਲੀ ਚਾਰਜ ਕਰਕੇ ਭੇਜਿਆ ਜਾਊਗਾ, ਹਾਈ ਕਮਾਂਡ ਵੱਲੋਂ ਤਕੜੇ ਕਰਕੇ ਭੇਜਿਆ ਜਾਊਗਾ ਵੀ ਹੁਣ ਤੁਸੀਂ ਕੈਪਟਨ ਅਮਰਿੰਦਰ ਦੇ ਨਾਲ ਆਪਣੇ ਆਪ ਨੂੰ ਬਹੁਤ ਜੂਨੀਅਰ ਮੰਨ ਕੇ ਉਹਨਾਂ ਦੇ ਨਾਲ ਤੁਸੀਂ ਅੱਗੇ ਨਹੀਂ ਵਧਣਾ, ਬਲਕਿ ਤੁਸੀਂ ਕੈਪਟਨ ਅਮਰਿੰਦਰ ਦੇ ਨਾਲ ਇੱਕ ਸੈਂਟਰ ਦੇ ਆਬਜ਼ਰਵਰ ਰਿਪਰੈਜ਼ੈਂਟੇਟਿਵ ਬਤੌਰ ਇੰਚਾਰਜ ਦੇ ਤੌਰ ਦੇ ਉੱਤੇ ਤੁਸੀਂ ਜਾ ਕੇ ਪੰਜਾਬ 'ਚ ਲੀਡਰਾਂ ਨੂੰ ਮਿਲਣਾ ਹੈ। ਬਾਕੀ ਦੇਖਦੇ ਹਾਂ, ਹਰੀਸ਼ ਰਾਵਤ ਹੁਣ ਆਉਣਗੇ ਬਹੁਤ ਜਲਦ। ਹਰੀਸ਼ ਰਾਵਤ ਦੇ ਆਉਣ ਤੋਂ ਬਾਅਦ ਹੀ ਹੁਣ ਤੈਅ ਹੋਣਾ ਹੈ ਕਿ ਕਾਂਗਰਸ ਦੀ ਹਾਈ ਕਮਾਂਡ ਹਰੀਸ਼ ਰਾਵਤ ਨੂੰ ਕਿੰਨੀ ਕੁ ਤਾਕਤ ਦੇ ਕੇ ਭੇਜਦੀ ਹੈ ਤੇ ਹਰੀਸ਼ ਰਾਵਤ ਦੀਆਂ ਰਿਪੋਰਟਾਂ ਤੇ ਕੀ ਕਾਰਵਾਈ ਹੁੰਦੀ ਹੈ। ਹਰੀਸ਼ ਰਾਵਤ ਨੇ ਸਿੱਧੂ ਨੂੰ ਵੀ ਫਿਲਹਾਲ ਇਹੀ ਕਿਹਾ ਕਿ ਤੁਸੀਂ ਬਿਲਕੁਲ ਚੁੱਪ ਰਹੋ, ਤੁਸੀਂ ਕਿਸੇ ਤਰ੍ਹਾਂ ਦਾ ਜਿਹੜਾ ਬਿਆਨਬਾਜ਼ੀ ਨਾ ਕਰੋ। ਪਰ ਸਿੱਧੂ ਤਾਂ ਬਿਆਨ ਵੀ ਨਹੀਂ ਦਿੰਦਾ। ਦੇਖੋ, ਸਿੱਧੂ ਦੀ ਖਾਸੀਅਤ ਇਹ ਹੈ ਕਿ ਪੰਜਾਬ ਸਰਕਾਰ ਦੇ ਲੱਖਾਂ ਕਰੋੜਾਂ ਦੇ ਇਸ਼ਤਿਹਾਰ ਨੇ ਤੇ ਨਵਜੋਤ ਸਿੰਘ ਸਿੱਧੂ ਦਾ ਇੱਕ ਟਵੀਟ ਹੈ। ਸੋ ਜਿੰਨੀ ਸਰਕਾਰ ਪੈਸੇ ਖਰਚ ਕੇ ਪ੍ਰਸਿੱਧੀ ਲੈਂਦੀ ਹੈ, ਉਹਨਾਂ ਸਿੱਧੂ ਮੈਨੂੰ ਲੱਗਦਾ ਹੈ ਇੱਕ 25 ਰੁਪਏ ਦੇ ਇੰਟਰਨੈਟ ਪੈਕ 'ਚ ਲੈ ਲੈਂਦਾ ਹੋਣਾ। ਇੱਕ ਟਵੀਟ ਤੇ ਮੈਨੂੰ ਲੱਗਦਾ ਹੈ ਬਹੁਤ ਜ਼ਿਆਦਾ ਥੋੜਾ ਜਿਹਾ ਨੈਟ ਦਾ ਖਰਚਾ ਹੀ ਆਉਂਦਾ ਹੋਣਾ, ਹੋਰ ਸਿੱਧੂ ਦਾ ਕੁਝ ਨਹੀਂ ਲੱਗਦਾ। ਸਿੱਧੂ ਦੀ ਮਿਹਨਤ ਤੇ ਤਪੱਸਿਆ ਜ਼ਰੂਰ ਲੱਗਦੀ ਹੈ ਜ਼ਿੰਦਗੀ ਦੀ। ਜੀ ਬਿਲਕੁਲ। ਤੇ ਹੁਣ ਹਾਈ ਕਮਾਂਡ ਕਿਹੜੀ ਰਣਨੀਤੀ ਬਣਾਉਂਦੀ ਹੈ ਔਰ ਕਿਸ ਤਰੀਕੇ ਦੇ ਨਾਲ ਹਰੀਸ਼ ਰਾਵਤ ਹੈਂਡਲ ਕਰ ਪਾਉਂਦੇ ਨੇ ਇਸ ਸਿਚੁਏਸ਼ਨ ਨੂੰ, ਇਹ ਵੀ ਦੇਖਣ ਵਾਲੀ ਗੱਲ ਹੋਏਗੀ। ਤੇ ਗੱਲ ਹੋ ਰਹੀ ਸੀ ਮੀਟਿੰਗਸ ਦੀ, ਪ੍ਰਤਾਪ ਬਾਜਵਾ ਔਰ ਸੁਖਦੇਵ ਸਿੰਘ ਢੀਂਡਸਾ ਦੀ ਵੀ ਮੀਟਿੰਗ ਹੋਈ ਹੈ ਜੋ ਕਿ ਆਪਣੇ ਆਪ 'ਚ ਬਹੁਤ ਚਰਚਾ ਦਾ ਵਿਸ਼ੇ ਰਹੀ ਹੈ। ਬਿਲਕੁਲ ਜੀ, ਦੇਖੋ ਇਹ ਵੀ ਗੱਲ ਹੈ, ਕੱਲ ਪ੍ਰਤਾਪ ਬਾਜਵਾ ਔਰ ਸੁਖਦੇਵ ਢੀਂਡਸਾ ਦੀ ਮੀਟਿੰਗ ਹੋਈ ਹੈ। ਦੱਸਿਆ ਜਾ ਰਿਹਾ ਕਿ ਪ੍ਰਤਾਪ ਬਾਜਵਾ ਸੁਖਦੇਵ ਸਿੰਘ ਢੀਂਡਸਾ ਦੇ ਘਰ ਗਏ ਚਰਨਜੀਤ ਚੰਨੀ ਦੇ ਘਰ ਜਾਣ ਤੋਂ ਪਹਿਲਾਂ, ਕਿਉਂਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਸੁਖਦੇਵ ਢੀਂਡਸਾ ਉਹਨਾਂ ਦੀ ਜਿਹੜੀ ਪੋਲੀਟੀਕਲ ਪਾਰਟੀ ਹੈ ਉਹਦਾ ਰਲੇਵਾਂ ਹੋ ਗਿਆ ਟਕਸਾਲੀ ਅਕਾਲੀ ਦਲ ਨਾਲ ਔਰ ਇਹਨਾਂ ਨੇ ਨਵਾਂ ਸੰਯੁਕਤ ਅਕਾਲੀ ਦਲ ਬਣਾਉਣ ਦਾ ਐਲਾਨ ਕੀਤਾ ਹੈ। ਦੇਖੋ, ਸੁਖਦੇਵ ਢੀਂਡਸਾ ਵੀ ਰਾਜ ਸਭਾ ਦੇ ਮੈਂਬਰ ਨੇ ਔਰ ਪੰਜਾਬ ਦੀ ਸਿਆਸਤ 'ਚ ਪ੍ਰਕਾਸ਼ ਸਿੰਘ ਬਾਦਲ ਦੇ ਤੋਂ ਬਾਅਦ ਅਕਾਲੀ ਦਲ 'ਚ ਉਹਨਾਂ ਦਾ ਵੀ ਵੱਡਾ ਥਾਂ ਹੈ। ਭਾਵੇਂ ਜਿਹੜੇ ਸਮਕਾਲੀ ਲੀਡਰ ਨੇ, ਜਿਹੜੇ ਲੀਡਰ ਇਸ ਵਕਤ ਦੁਨੀਆ ਦੇ ਵਿੱਚ ਵਿਚਰ ਰਹੇ ਨੇ, ਸੋ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਸੁਖਦੇਵ ਸਿੰਘ ਢੀਂਡਸਾ ਦਾ ਵੀ ਨਾਮ ਹੈ ਔਰ ਸੁਖਦੇਵ ਸਿੰਘ ਢੀਂਡਸਾ ਨੂੰ ਵੀ ਇੱਕ ਚੰਗਾ ਰਣਨੀਤੀਕਾਰ ਮੰਨਿਆ ਜਾਂਦਾ ਸੀ। ਭਾਵੇਂ ਉਹ ਆਪ ਕਈ ਵਾਰ ਹਾਰ ਜਾਂਦੇ ਸੀ ਪਰ ਉਹ ਪਾਰਟੀ ਨੂੰ ਜਿਤਾ ਦਿੰਦੇ ਸੀ। ਸੋ ਸੁਖਦੇਵ ਸਿੰਘ ਢੀਂਡਸਾ ਪ੍ਰਕਾਸ਼ ਸਿੰਘ ਬਾਦਲ ਦੇ ਫੈਸਲਿਆਂ 'ਚ ਬਹੁਤ ਵੱਡੀ ਭੂਮਿਕਾ ਅਦਾ ਕਰਦੇ ਸੀ। ਇਸ ਕਰਕੇ ਹੁਣ ਵੀ ਅਕਾਲੀ ਦਲ ਦੀ ਭੂਮਿਕਾ ਨੂੰ ਜਦੋਂ ਸੁਖਦੇਵ ਸਿੰਘ ਢੀਂਡਸਾ ਆ ਜਾਂਦਾ ਇੱਕ ਪਾਸੇ ਔਰ ਜਦੋਂ ਪੰਜਾਬ 'ਚ ਪੋਲੀਟੀਕਲ ਅਸਥਿਰਤਾ ਹੈ, ਜਿਹਨੂੰ ਕਹਿੰਦੇ ਆ ਪੋਲੀਟੀਕਲੀ ਸਟੇਬਲ ਨਹੀਂ ਹੈ ਜਦੋਂ ਪੰਜਾਬ, ਔਰ ਜਦੋਂ 8-9 ਮਹੀਨਿਆਂ ਬਾਅਦ ਚੋਣਾਂ ਹੋਣੀਆਂ ਨੇ ਤੇ ਜਦੋਂ ਨਾ ਕਾਂਗਰਸ ਦੀ ਵੇਵ ਹੈ ਪੰਜਾਬ 'ਚ, ਨਾ ਆਪ ਦੀ ਵੇਵ ਹੈ, ਨਾ ਬੀਜੇਪੀ ਦੀ ਵੇਵ ਹੈ, ਨਾ ਅਕਾਲੀ ਦਲ ਦੀ ਵੇਵ ਹੈ, ਤੇ ਉਦੋਂ ਸੁਖਦੇਵ ਸਿੰਘ ਢੀਂਡਸਾ ਦੀ ਪਾਰਟੀ ਦੀ ਵੀ ਭੂਮਿਕਾ ਕਾਫੀ ਬਣ ਜਾਂਦੀ ਹੈ। ਸੋ ਹੁਣ ਸੁਖਦੇਵ ਸਿੰਘ ਢੀਂਡਸਾ ਨੇ ਟਕਸਾਲੀਆਂ ਨਾਲ ਸਮਝੌਤਾ ਕਰ ਲਿਆ। ਪ੍ਰਤਾਪ ਬਾਜਵੇ ਦਾ ਸੁਖਦੇਵ ਸਿੰਘ ਢੀਂਡਸੇ ਨੂੰ ਮਿਲਣ ਦਾ ਸਿਆਸੀ ਜਿਹੜਾ ਸੁਨੇਹਾ ਉਹ ਇਹ ਗਿਆ ਕਿ ਕਿਉਂਕਿ ਕਾਂਗਰਸ 'ਚ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਬਹੁਤ ਸਾਰੇ ਲੀਡਰ ਨੇ ਜਿਹੜੇ ਕਿਤੇ ਨਾ ਕਿਤੇ ਨਾ ਖੁਸ਼ ਨੇ। ਹੁਣ ਇਹ ਵੀ ਹੋ ਸਕਦਾ ਹੈ ਕਿ ਪ੍ਰਤਾਪ ਬਾਜਵਾ ਇਹ ਸੋਚਦੇ ਹੋਣ ਕਿ ਭਵਿੱਖ 'ਚ ਪੰਜਾਬ ਦੇ ਵੱਡੇ ਹਿੱਤਾਂ ਲਈ ਸੁਖਦੇਵ ਸਿੰਘ ਢੀਂਡਸਾ ਉਹਨਾਂ ਦੇ ਨਾਲ ਕਿਸੇ ਵੀ ਤਰ੍ਹਾਂ ਦੀ ਸਿਆਸੀ ਸਾਂਝ ਹੋ ਸਕਦੀ ਹੈ, ਭਾਵੇਂ ਉਹ ਕਾਂਗਰਸ ਦੇ ਪੱਧਰ ਤੇ ਹੋਵੇ ਜਾਂ ਭਾਵੇਂ ਉਹ ਕਿਸੇ ਹੋਰ ਜ਼ਰੂਰਤ ਦੇ ਮੱਦੇਨਜ਼ਰ ਹੋਵੇ। ਇਹ ਇੱਕ ਕਾਮਨ ਜਿਹੜਾ ਇੱਕ ਭਾਵਨਾ ਬਣਾਈ ਜਾ ਸਕਦੀ ਹੈ ਕਿ ਇਹ ਮੀਟਿੰਗ ਦੇ ਪਿੱਛੇ ਆਪ ਭਾਵਨਾ ਹੋ ਸਕਦੀ ਹੈ, ਕਿਉਂਕਿ ਪੋਲੀਟੀਕਲ ਲੋਕ ਨੇ ਨਾ, ਪੋਲੀਟੀਕਲ ਲੋਕ ਜਦੋਂ ਕਿਸੇ ਨੂੰ ਮਿਲਣ ਜਾਂਦੇ ਨੇ ਤੇ ਉਦੋਂ ਪੋਲੀਟੀਕਲੀ ਤੌਰ ਤੇ ਦੇਖਿਆ ਜਾ ਸਕਦਾ ਹੈ। ਦੂਸਰੀ ਗੱਲ, ਸੁਖਦੇਵ ਸਿੰਘ ਢੀਂਡਸਾ ਉਹਨਾਂ ਦੀ ਉਮਰ ਬਹੁਤ ਸਿਆਣੀ ਹੈ, ਪਿੱਛੇ ਜੇ ਉਹ ਬਿਮਾਰ ਵੀ ਰਹੇ ਸੀ, ਇਹ ਵੀ ਹੋ ਸਕਦਾ ਸੀ ਕਿ ਪ੍ਰਤਾਪ ਬਾਜਵਾ ਸਿਰਫ ਹਾਲ ਚਾਲ ਪੁੱਛਣ ਗਏ ਹੋਣ, ਕੋਈ ਸਿਆਸੀ ਉਹਨਾਂ ਦਾ ਮਤਲਬ ਨਾ ਹੋਵੇ ਤੇ ਕੋਈ ਸਿਆਸੀ ਗੱਲ ਵੀ ਸ਼ਾਇਦ ਨਾ ਹੋਈ ਹੋਵੇ। ਪਰ ਇਹ ਔਖਾ ਹੈ ਕਿ ਦੋ ਸਿਆਣੇ ਲੀਡਰ, ਵੱਡੇ ਲੀਡਰ, ਤਜਰਬੇਕਾਰ ਲੀਡਰ ਆਪਸ 'ਚ ਇਕੱਠੇ ਹੋਣ ਤੇ ਉਹ ਪੰਜਾਬ ਦੀ ਸਿਆਸਤ ਦੀ ਗੱਲ ਨਾ ਕਰ ਰਹੇ ਹੋਣ, ਕਿਉਂਕਿ ਪੰਜਾਬ ਦੀ ਸਿਆਸਤ ਦੇ ਨਾਲ ਹੀ ਪੰਜਾਬ ਦਾ ਭਲਾ ਜੁੜਿਆ। ਸੋ ਇਸ ਕਰਕੇ ਇਸ ਮੀਟਿੰਗ ਦੇ ਵਿੱਚ ਹਜੇ ਰਹੱਸ ਹੈ। ਇਹ ਮੀਟਿੰਗ ਦਾ ਨਤੀਜਾ ਕੀ ਨਿਕਲਦਾ ਹੈ ਇਹ ਭਵਿੱਖ 'ਚ ਪਤਾ ਲੱਗੇਗਾ, ਆਉਣ ਵਾਲੇ ਸਮੇਂ 'ਚ ਪਤਾ ਲੱਗੇਗਾ। ਪਰ ਫਿਲਹਾਲ ਜਿਹੜੇ ਉਹ ਮਿਲ ਕੇ ਆਏ ਨੇ ਰਾਜਨੀਤਿਕ ਤੌਰ ਦੇ ਉੱਤੇ, ਉਹਦੇ ਨਾਲ ਕਾਫੀ ਇੱਕ ਦਬਾਅ ਦਾ ਜਿਹੜਾ ਇੱਕ ਦਬਾਅ ਦੀ ਸਿਆਸਤ ਹੈ ਉਹ ਵੀ ਕਿਤੇ ਨਾ ਕਿਤੇ ਜਾਂਦੀ ਹੈ ਔਰ ਕੈਪਟਨ ਅਮਰਿੰਦਰ ਔਰ ਕਾਂਗਰਸ ਤੇ ਵੀ ਇਹਦੇ ਨਾਲ ਕਾਫੀ ਪੋਲੀਟੀਕਲੀ ਦਬਾਅ ਜਾਂਦਾ ਉਹਨਾਂ ਲੋਕਾਂ 'ਚ ਜਿਹੜੇ ਲੋਕ ਦੂਸਰੇ ਲੋਕਾਂ ਦੀ ਜ਼ਿਆਦਾ ਅਹਿਮੀਅਤ ਨਹੀਂ ਸਮਝਦੇ ਕਾਂਗਰਸ 'ਚ। ਜੀ ਬਿਲਕੁਲ। ਤੇ ਆਉਣ ਵਾਲੇ ਸਮੇਂ 'ਚ ਜਿੱਦਾਂ ਜਿੱਦਾਂ ਇਲੈਕਸ਼ਨਸ ਹੋਰ ਨੇੜੇ ਆਉਣਗੇ, ਇਦਾਂ ਦੀਆਂ ਪੋਲੀਟੀਕਲ ਗਤੀਵਿਧੀਆਂ ਹੋਰ ਜ਼ਿਆਦਾ ਵੱਧ ਚੜ ਕੇ ਸਾਨੂੰ ਦੇਖਣ ਨੂੰ ਮਿਲਣਗੀਆਂ। ਔਰ ਜਿੱਦਾਂ ਹੀ ਇਲੈਕਸ਼ਨਸ ਨੇੜੇ ਆਉਂਦੇ ਨੇ ਡੱਲਾ ਜੀ, ਸੋਸ਼ੋ ਪੋਲੀਟੀਕਲ ਲੋਕ ਵੀ ਨੇ ਜਿਹੜੇ ਬਹੁਤ ਜ਼ਿਆਦਾ ਐਕਟਿਵ ਹੋ ਜਾਂਦੇ ਨੇ। ਹੁਣ ਮੈਂ ਗੱਲ ਕਰਾਂਗੀ ਰਾਮ ਰਹੀਮ ਦੀ, ਜੋ ਕਿ ਜੇਲ੍ਹ 'ਚੋਂ ਬਾਹਰ ਆਉਣ ਦੀ ਕਵਾਇਦ ਲਾ ਰਹੇ ਨੇ, ਫਰਿਆਦ ਕਰ ਰਹੇ ਨੇ ਕਿ ਉਹਨਾਂ ਨੂੰ ਜੇਲ੍ਹ ਤੋਂ ਬਾਹਰ ਕੱਢਿਆ ਜਾਏ। ਤੇ ਇਹਨੂੰ ਆਉਣ ਵਾਲੇ ਇਲੈਕਸ਼ਨ ਦੇ ਮੱਦੇਨਜ਼ਰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਦੇਖੋ, ਕਿਉਂਕਿ ਰਾਮ ਰਹੀਮ ਭਾਵੇਂ ਹਰਿਆਣਾ ਦੇ ਵਿੱਚ ਹੈ, ਇਸ ਵਕਤ ਉਹ ਰੋਹਤਕ ਦੀ ਇੱਕ ਜੇਲ੍ਹ ਦੇ ਵਿੱਚ ਬੰਦ ਹੈ। ਪਹਿਲਾਂ ਵੀ ਕੋਸ਼ਿਸ਼ ਕੀਤੀ ਰਾਮ ਰਹੀਮ ਨੇ ਕਿ ਉਹਨਾਂ ਦੇ ਮਾਤਾ ਜੀ ਬਿਮਾਰ ਹੈ
ठीक है, कोई भी मुलजम है या दोषी है, अगर ਉਹਦਾ ਕੋਈ ਪਰਿਵਾਰਕ ਮੈਂਬਰ ਬਿਮਾਰ ਹੈ ਤੇ ਜ਼ਰੂਰ ਅਦਾਲਤਾਂ ਉਸ ਵਕਤ ਆਪਣੀ ਇੱਕ ਚੰਗੀ ਨਜ਼ਰ ਦੇ ਨਾਲ ਉਹਨਾਂ ਦੇ ਮਾਮਲੇ ਨੂੰ ਦੇਖਦੇ ਨੇ। ਪਰ ਹੁਣ ਇੱਕ ਵਾਰੀ ਫੇਰ ਰਾਮ ਰਹੀਮ ਨੇ ਇਸੇ ਤਰਕ ਦੇ ਉੱਤੇ ਦਰਖਾਸਤ ਦਿੱਤੀ ਹੈ ਕਿ ਉਹ ਆਪਣੇ ਮਦਰ ਦਾ, ਆਪਣੀ ਮਾਤਾ ਜੀ ਦਾ ਹਾਲ ਚਾਲ ਜਾਣਨਾ ਚਾਹੁੰਦੇ ਨੇ, ਉਹ ਬਿਮਾਰ ਨੇ। ਸੋ ਇਹ ਉਹਨਾਂ ਨੇ ਜਿਹੜੀ ਹੈ ਜੇਲ੍ਹ ਪ੍ਰਸ਼ਾਸਨ ਨੂੰ ਚਿੱਠੀ ਲਿਖੀ ਹੈ ਔਰ ਜੇਲ੍ਹ ਪ੍ਰਸ਼ਾਸਨ ਇਸ ਪੂਰੇ ਮਾਮਲੇ ਤੇ ਹੁਣ ਹਰਿਆਣਾ ਸਰਕਾਰ ਤੋਂ NOC ਮੰਗੇਗਾ। ਹਰਿਆਣਾ ਸਰਕਾਰ ਨੂੰ ਉਹਨਾਂ ਨੇ ਇਹ ਚਿੱਠੀ ਭੇਜਣੀ ਹੈ। ਹਰਿਆਣਾ ਸਰਕਾਰ ਦਾ ਗ੍ਰਹਿ ਮੰਤਰਾਲਾ ਫਿਰ ਦੇਖੇਗਾ ਕਿ ਅਗਰ ਰਾਮ ਰਹੀਮ ਨੂੰ ਅੱਜ ਦੇ ਸਮਿਆਂ ਦੇ ਵਿੱਚ ਪੈਰੋਲ ਦਿੱਤਾ ਜਾਂਦਾ ਹੈ, ਪੈਰੋਲ ਦੇ ਉੱਤੇ ਛੁੱਟੀ ਦਿੱਤੀ ਜਾਂਦੀ ਹੈ, ਤੇ ਕੀ ਉਹਦਾ ਲੈਂਡ ਆਰਡਰ ਤੇ, ਅਮਨ ਕਾਨੂੰਨ ਦੀ ਸਥਿਤੀ ਤੇ ਕੋਈ ਫਰਕ ਤਾਂ ਨਹੀਂ ਪੈਂਦਾ, ਕੋਵਿਡ ਦੀਆਂ ਸਥਿਤੀਆਂ ਨੇ ਕੋਈ ਫਰਕ ਤਾਂ ਨਹੀਂ ਪੈਂਦਾ, ਕਿਸਾਨ ਅੰਦੋਲਨ ਚੱਲ ਰਿਹਾ ਕੋਈ ਫਰਕ ਤਾਂ ਨਹੀਂ ਪੈਂਦਾ। ਇਹ ਸਾਰੇ ਮੁੱਦੇ ਵਿਚਾਰਨ ਤੋਂ ਬਾਅਦ ਹੀ ਮੈਨੂੰ ਲੱਗਦਾ ਹੈ ਕਿ ਹਰਿਆਣਾ ਦੀ ਸਰਕਾਰ ਕੋਈ ਫੈਸਲਾ ਕਰੇਗੀ। ਪਰ ਮੇਰਾ ਅੰਦਾਜ਼ਾ ਇਹ ਹੈ ਜੋ ਮੌਜੂਦਾ ਸਥਿਤੀਆਂ ਨੇ, ਸ਼ਾਇਦ ਰਾਮ ਰਹੀਮ ਨੂੰ 21 ਦਿਨ ਦੀ ਪੈਰੋਲ ਨਾ ਮਿਲੇ, ਹੋ ਸਕਦਾ 21 ਜਾਂ 2 ਜਾਂ 3 ਦਿਨ ਦੇ ਲਈ ਉਹਨਾਂ ਨੂੰ ਮਨਜ਼ੂਰੀ ਅਦਾਲਤ ਦੇ ਦੇਵੇ ਅਗਰ ਗ੍ਰਹਿ ਮੰਤਰਾਲੇ ਤੋਂ ਹਰਿਆਣੇ ਦੇ NOC ਮਿਲਦੀ ਹੈ, ਨੋ ਆਬਜੈਕਸ਼ਨ ਸਰਟੀਫਿਕੇਟ ਮਿਲਦਾ ਹੈ। ਜੀ ਬਿਲਕੁਲ, ਤੇ ਅੱਗੇ ਵੀ ਅਪਡੇਟ ਤੁਹਾਡੇ ਕੋਲੋਂ ਲੈਂਦੇ ਰਵਾਂਗੇ। ਸੁਰਿੰਦਰ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਇਸ ਸਾਰੀ ਡਿਸਕਸ਼ਨ ਵਾਸਤੇ ਔਰ ਆਪਣਾ ਕੀਮਤੀ ਸਮਾਂ ਦੇਣ ਵਾਸਤੇ। ਬਹੁਤ ਧੰਨਵਾਦ।